पंजाब पुलिस तो पंजाब पॉलिटिक्स ਦੇ ਵਿੱਚ ਐਂਟਰੀ ਮਾਰੀ ਹੈ, ਫਰਕ ਕੀ ਦੇਖ ਰਹੇ ਹੋ? ਪੰਜਾਬ ਪੁਲਿਸ ਨੂੰ ਪੋਲਿਟਿਕਸ ਹੀ ਚਲਾਉਂਦੀ ਹੈ ਤੇ ਪੋਲਿਟਿਕਸ ਵਾਸਤੇ ਹੀ ਪੰਜਾਬ ਪੁਲਿਸ ਦਾ ਇਸਤੇਮਾਲ ਹੁੰਦਾ ਆ ਰਿਹਾ ਹੈ ਤੇ ਪੁਲਿਸ ਹੀ ਇੱਕ ਤਰੀਕੇ ਦੇ ਨਾਲ ਇਸ ਪੋਲਿਟਿਕਸ ਨੂੰ ਚਲਾ ਰਹੀ ਹੈ। ਨਜਾਇਜ਼ ਪਰਚਿਆਂ ਤੋਂ ਲੈ ਕੇ ਜੇਕਰ ਤੁਹਾਡਾ ਕੋਈ ਵਿਰੋਧੀ ਹੈ ਨਜਾਇਜ਼ ਪਰਚਾ ਦਰਜ ਕਰ ਦਿਓ, ਜੇਕਰ ਤੁਹਾਡੀ ਗੱਲ ਕੋਈ ਨਹੀਂ ਸੁਣਦਾ ਹੈ ਉਹਦਾ 307 ਦੇ ਕੇਸ ਦੇ ਵਿੱਚ ਉਹਦਾ ਨਾਮ ਪਵਾ ਦਿਓ। ਇਸ ਤਰੀਕੇ ਨਾਲ ਦੇਖੋ ਪੁਲਿਸ ਦਾ ਪੋਲਿਟਿਕਸ ਵਾਸਤੇ ਨਜਾਇਜ਼ ਤਰੀਕੇ ਦੇ ਨਾਲ ਇਸਤੇਮਾਲ ਹੁੰਦਾ ਰਿਹਾ ਹੈ। ਇਸ ਕਰਕੇ ਪੁਲਿਸ ਤੇ ਪੋਲਿਟਿਕਸ ਟੋਟਲੀ ਮਿਕਸਡ ਅਪ ਹੈ ਪੰਜਾਬ ਦੇ ਵਿੱਚ। ਪੋਲੀਟੀਸ਼ੀਅਨ ਪੰਜਾਬ ਪੁਲਿਸ ਦੇ ਅਫਸਰਾਂ ਦਾ ਤੁਸੀਂ ਕਹਿੰਦੇ ਹੋ ਵੀ ਇਸਤੇਮਾਲ ਕਰਦੇ ਨੇ, ਹੁਣ ਤੁਸੀਂ ਵੀ ਪੋਲੀਟੀਸ਼ੀਅਨ ਬਣੇ ਹੋ, ਇਹ ਚੀਜ਼ ਚੇਂਜ ਹੋ ਸਕਦੀ ਹੈ, ਚੇਂਜ ਆ ਸਕਦਾ? ਜਿਸ ਤਰੀਕੇ ਨਾਲ ਪੋਲਿਟਿਕਸ ਦੇ ਵਿੱਚ ਐਂਟਰੀ ਕੀਤੀ ਹੈ, ਵਿਜ਼ਨ ਕੀ ਹੈ ਤੁਹਾਡਾ, ਏਜੰਡਾ ਕੀ ਹੈ, ਕਿਸ ਤਰੀਕੇ ਦੇ ਨਾਲ ਤੁਸੀਂ ਕਹਿੰਦੇ ਹੋ ਸਾਫ਼ ਕਰਨਾ, ਸਮਾਜ ਦੇ ਵਿੱਚੋਂ ਗੰਦਗੀ ਕੱਢਣੀ ਹੈ, ਫਿਰ ਕੀ ਪਲਾਨ ਕੀ ਹੋਏਗਾ, ਕਿਸ ਤਰੀਕੇ ਦੇ ਨਾਲ ਇਹਨੂੰ ਸਾਫ਼ ਕੀਤਾ ਜਾਊ? ਦੇਖੋ ਗੰਦਗੀ ਨੂੰ ਸਾਫ਼ ਕਰਨ ਵਾਸਤੇ ਗੰਦਗੀ ਦੇ ਵਿੱਚ ਇੱਕ ਵਾਰ ਪੈਰ ਰੱਖਣਾ ਪੈਂਦਾ ਹੈ ਤਾਂ ਮੈਂ ਗੰਦਗੀ ਦੇ ਵਿੱਚ ਆਪਣਾ ਪੈਰ मतलब आगे कर देता, ठीक है कि आम व्यक्ति जो है वो पॉलिटिक्स तो बहुत ज़्यादा नफरत करता है। कोई भी गार्जियन अपने बच्चे ਨੂੰ पॉलिटिक्स ਦੇ ਵੱਲ ਭੇਜਣਾ ਉਚਿਤ ਨਹੀਂ ਸਮਝਦਾ। ਤੁਸੀਂ ਬਿਜਲੀ ਇਲੈਕਟ੍ਰਿਸਿਟੀ ਐਗਰੀਮੈਂਟ ਦੇਖੋ, ਉਹਨਾਂ ਨੇ ਕੀ ਕੀਤਾ ਹੈ ਕਿ 2 ਨੰਬਰ ਦੀਆਂ ਕੰਪਨੀਆਂ, ਲੀਡਰਾਂ ਦੀਆਂ ਕੰਪਨੀਆਂ ਦੇ ਨਾਲ ਐਗਰੀਮੈਂਟ ਕੀਤਾ ਗਿਆ ਹੈ। ਪਹਿਲਾਂ ਗੱਲ ਚੱਲਦੀ ਸੀਗੀ ਦਿੱਲੀ ਦੇ ਵਿੱਚ, ਉੱਥੇ ਲਿਖ ਦੇ ਰਹੇ ਨੇ ਨਾ, ਇੱਥੇ 300 ਤੱਕ ਦੀ ਇਹਦੇ ਉੱਤੇ ਵੀ ਰੌਲਾ ਪਿਆ, ਕਹਿੰਦੇ ਵੀ ਇਹ ਤਾਂ ਜਿਹੜੇ ਭਿਖਾਰੀ ਬਣਾਉਣ ਦੀ ਕੋਸ਼ਿਸ਼ ਕਰ ਰਹੇ। ਨਹੀਂ ਦੇਖੋ ਦਿੱਲੀ ਦੇ ਵਿੱਚ 200 ਹੈ ਤੇ ਪੰਜਾਬ ਤੇ ਦਿੱਲੀ ਦੇ ਵਿੱਚ ਫਰਕ ਹੈ ਨਹੀਂ, ਇਸ ਕਰਕੇ ਅਸੀਂ ਪੰਜਾਬ ਦੇ ਵਿੱਚ 300 ਯੂਨਿਟ ਕਰ ਰਹੇ ਹਾਂ। ਡਰੱਗਸ ਨੂੰ ਕੰਟਰੋਲ ਕਰਨ ਦੇ ਲਈ ਹੈ ਕੋਈ ਪਲਾਨ ਤੁਹਾਡੇ ਕੋਲ? ਤੁਸੀਂ ਖੁਦ ਪੁਲਿਸ ਦੇ ਵਿੱਚ ਰਹੇ ਹੋ, ਉੱਥੇ ਲਾਅ ਐਂਡ ਆਰਡਰ ਨੂੰ ਮੇਨਟੇਨ ਕਰਨ ਦਾ ਤੁਹਾਡੇ ਕੋਲ ਜ਼ਿੰਮਾ ਸੀਗਾ, ਹੁਣ ਤੁਸੀਂ ਬਤੌਰ ਸਿਆਸਤ ਦੇ ਵਿੱਚ ਆ ਕੇ ਸਿਆਸਤਦਾਨ ਦੇ ਤੌਰ ਦੇ ਉੱਤੇ ਕੰਮ ਕਰੋਗੇ, ਸਮਾਜ ਨੂੰ ਸੁਧਾਰਨ ਦੀ ਗੱਲ ਕਰਦੇ ਹੋ, ਤਾਂ ਫਿਰ ਡਰੱਗਸ ਦੇ ਉੱਤੇ ਕੋਈ ਪਾਲਿਸੀ ਕੁਛ ਇੱਦਾਂ ਦੀ ਕਿਸ ਤਰੀਕੇ ਦੀ ਸਖਤਾਈ ਹੋਊ? ਜੋ ਸਭ ਤੋਂ ਵੱਡਾ ਜੋ ਡਰੱਗਸ ਦਾ ਡੀਲਰ ਹੈ, ਥੋਕ ਵਪਾਰੀ ਹੈ, ਉਹਨੂੰ ਤਾਂ ਪ੍ਰੋਟੈਕਸ਼ਨ ਮਿਲਦਾ ਹੈ, ਉਹਦੇ ਖਿਲਾਫ ਤਾਂ ਕੋਈ ਕਾਰਵਾਈ ਕੀਤੀ ਨਹੀਂ ਗਈ। ਛੋਟੇ ਵਿਅਕਤੀਆਂ ਨੂੰ ਫੜ ਕੇ ਤੁਸੀਂ ਅੰਦਰ ਦੇ ਦਿਓ। ਮੰਨ ਲਓ 200 ਕਿਲੋ ਹੈਰੋਇਨ, ਕੋਈ ਛੋਟਾ ਇੱਕ ਬੰਦਾ ਉਸ ਦੇ ਬਸ ਦਾ ਨਹੀਂ ਹੈ ਨਾ ਜੀ, ਕੋਈ ਨਾ ਕੋਈ ਤਾਂ ਹੋਗਾ ਨਾ ਜੀ ਵੱਡਾ ਉਹਦੇ ਵਿੱਚ, ਕਿਉਂਕਿ ਡਰੱਗਸ ਜਦੋਂ ਵੱਡੀ ਖੇਪ ਚੱਲਦੀ ਹੈ ਤਾਂ ਕਿੱਥੋਂ ਚੱਲਦੀ ਹੈ, ਕਿੱਥੇ ਪਹੁੰਚਣੀ ਹੁੰਦੀ ਹੈ, ਤੇ ਉਹ ਬੰਦਾ ਮਗਰ ਹੁੰਦਾ ਕੌਣ ਹੈ? ਠੀਕ ਹੈ, ਕੁਰੀਅਰ ਨੂੰ ਫੜ ਲਿਆ ਜਾਂਦਾ ਹੈ। ਇਲਜ਼ਾਮ ਵੱਡੇ ਬੰਦੇ ਦੇ ਉੱਤੇ ਪਹਿਲਾਂ ਵੀ ਲੱਗੇ, ਤੁਹਾਡੇ ਕਨਵੀਨਰ ਨੇ ਵੀ ਲਾਏ ਨੇ, ਪਰ ਉਹ ਵਾਪਸ ਲੈ ਲਏ ਇਲਜ਼ਾਮਾਂ ਨੂੰ। ਲੱਗਦਾ ਫਿਰ ਇਸ ਤਰੀਕੇ ਦੇ ਨਾਲ, ਜਿਸ ਤਰੀਕੇ ਨਾਲ ਤੁਸੀਂ ਦਾਅਵਾ ਕਰਦੇ ਹੋ ਕਿ ਫੜ ਕੇ ਜੇਲ੍ਹਾਂ ਦੇ ਵਿੱਚ ਹੋਣਗੇ ਵੱਡੇ ਜਿਹੜੇ ਸਮਗਲਰ ਨੇ, ਫਿਰ ਉਹ ਕਿੱਦਾਂ ਹੋਣਗੇ ਜੇ ਕਨਵੀਨਰ ਹੀ ਮਾਫੀ ਮੰਗ ਲਏ? ਪੰਜਾਬ ਦੇ ਵਿੱਚ ਬੱਚੇ ਨੂੰ ਤੁਸੀਂ ਪੁੱਛੋ ਕਿ ਡਰੱਗਸ ਦਾ ਥੋਕ ਵਪਾਰੀ ਕੌਣ ਹੈ, ਤਾਂ ਮੈਨੂੰ ਨਾਂ ਲੈਣ ਦੀ ਲੋੜ ਨਹੀਂ ਹੈ, ਉਹ ਆਪੇ ਹਰ ਬੱਚਾ ਨਾਮ ਲੈ ਲੈ। ਇਲਜ਼ਾਮ ਲੱਗ ਰਹੇ ਨੇ ਹਰਜੀਤ ਭਗਤ ਹੋਰਾਂ ਦੇ ਨਾਲ ਤੁਹਾਡਾ ਨਾਮ ਜੋੜਿਆ ਜਾ ਰਿਹਾ, ਕਹਿੰਦੇ ਇੱਥੋਂ ਤੱਕ ਕਹਿ ਦਿੱਤਾ ਗਿਆ ਵੀ ਤੁਹਾਡੀ ਗੱਡੀ ਦੇ ਵਿੱਚ ਸਪਲਾਈ ਹੁੰਦਾ। ਸਿੱਖ ਫੇਸ ਦਾ ਜਿਹੜਾ ਗੱਲ ਹੋਈ ਹੈ ਵੀ ਸਿੱਖ ਫੇਸ ਆਪਾਂ ਦਿਆਂਗੇ ਪੰਜਾਬ ਦਾ ਸੀਐਮ ਅਰਵਿੰਦ ਕੇਜਰੀਵਾਲ, ਪਾਰਟੀ ਦੇ ਅੰਦਰ ਇੱਕ ਚਰਚਾ ਚੱਲਦੀ ਹੋਊਗੀ, ਕਿਸੇ ਨਾਮ ਦੇ ਉੱਤੇ ਆ ਕੇ ਕੋਈ ਇੱਕ ਚਰਚਾ ਟਿਕਦੀ। ਬੀਜੇਪੀ ਵਾਲੇ ਕਹਿੰਦੇ ਆਪਾਂ ਸਰਕਾਰ ਬਣਾਵਾਂਗੇ, ਕਾਂਗਰਸ ਕਹਿੰਦੀ ਆਪਾਂ ਸਰਕਾਰ ਬਣਾਵਾਂਗੇ, ਮੁੱਦਾ ਇੱਕ ਹੀ ਚੱਲ ਰਿਹਾ ਵੀ ਬੇਅਦਬੀ ਮਾਮਲਾ ਦਾ ਇਨਸਾਫ ਦੇਵਾਂਗੇ। ਤੁਸੀਂ ਇੰਨੀ ਲੰਬੀ ਜਾਂਚ ਕੀਤੀ, ਇਨਸਾਫ ਫੇਰ ਨਹੀਂ ਮਿਲਿਆ, ਉਮੀਦ ਹੈ ਇਨਸਾਫ ਦੀ? ਮੈਂ ਹੈਜੀਟੇਟ ਇਸ ਕਰਕੇ ਕੀਤਾ ਸੀ ਕਿ ਜਦੋਂ ਮੈਂ ਅਪੀਲ ਕਰਾਂਗਾ ਤਾਂ ਉਹਦੇ ਵਿੱਚ ਸਰਕਾਰ ਤੇ ਦੋਸ਼ੀ ਇੱਕ ਥਾਂ ਤੇ ਖੜੇ ਹੋਣਗੇ। ਤੁਹਾਡੀ ਜੇ ਰਿਪੋਰਟ ਕੈਸ਼ ਹੋਈ ਹੈ ਤਾਂ ਤੁਸੀਂ ਕੁਇਟ ਕਰ ਦਿੱਤਾ, ਜੌਬ ਤੋਂ ਕੁਇਟ ਕਰ ਦਿੱਤਾ, ਤੁਸੀਂ ਛੱਡ ਹੀ ਦਿੱਤੀ, ਤੁਹਾਡਾ ਅੰਦਰੋਂ ਇੱਕ ਜ਼ਮੀਰ ਨੇ ਆਵਾਜ਼ ਦਿੱਤੀ ਮੈਂ ਇਹ ਜੌਬ ਕਰਨੀ ਨਹੀਂ। ਪਰ ਜਦੋਂ ਹੁਣ ਐਸਡੀਐਮ ਸੀਗੇ ਉਹਨਾਂ ਨੂੰ ਵੀ ਜੇ ਮੰਨ ਲਓ ਇਦਾਂ ਦੇ ਆਰਡਰ ਆਏ ਵੀ ਤਾਂ ਲਿਖਤੀ ਤਾਂ ਦੇ ਰਹੇ, ਲਿਖਤੀ ਬੰਦਾ ਜ਼ਿੰਮੇਵਾਰ ਹੁੰਦਾ ਕਿ ਨਹੀਂ ਹੁੰਦਾ? ਕਦੇ ਸੋਚਿਆ ਸੀਗਾ ਪੋਲਿਟਿਕਸ ਦੇ ਵਿੱਚ ਆਉਂਗੇ? ਦੇਖੋ ਤਾਂ ਕਿਉਂਕਿ ਕਹਿੰਦੇ ਸੈਟਿੰਗ ਹੋ ਗਈ ਸੀ ਕੇਜਰੀਵਾਲ ਹੋਰਾਂ ਦੇ ਨਾਲ ਤੁਹਾਡੀ ਪਹਿਲਾਂ। ਸਤਿ ਸ਼੍ਰੀ ਅਕਾਲ, ਹਮਦਰਦ ਟੀਵੀ ਦੇਖ ਰਹੇ ਹੋ, ਮੈਂ ਹਾਂ ਸੁਖਵਿੰਦਰ ਸਿੰਘ। ਕੁੰਵਰ ਵਿਜੇ ਪ੍ਰਤਾਪ ਸਿੰਘ ਇਨਾਮ ਪੰਜਾਬ ਦੇ ਵਿੱਚ ਜਦੋਂ ਪੰਜਾਬ ਪੁਲਿਸ ਦੇ ਨਾਲ ਜੁੜਿਆ ਰਿਹਾ ਤਾਂ ਉਦੋਂ ਵੀ ਚਰਚਾ ਦੇ ਵਿੱਚ ਰਿਹਾ, ਤੇ ਹੁਣ ਜਦੋਂ ਪੁਲਿਸ ਤੋਂ ਪੋਲਿਟਿਕਸ ਦੇ ਵਿੱਚ ਆਏ ਨੇ ਤਾਂ ਹੁਣ ਵੀ ਵਿਰੋਧੀਆਂ ਦੀ ਹਿੱਟ ਲਿਸਟ ਤੇ ਨੇ। ਆਮ ਆਦਮੀ ਪਾਰਟੀ ਦੇ ਆਗੂ ਸਾਬਕਾ ਆਈਜੀ ਕੁੰਵਰ ਵਿਜੇ ਪ੍ਰਤਾਪ ਸਿੰਘ ਸਾਡੇ ਨਾਲ ਨੇ, ਸਵਾਗਤ ਕਰਦੇ ਹਾਂ ਸਰ, ਬਹੁਤ ਬਹੁਤ ਸਵਾਗਤ ਹੈ ਜੀ ਤੁਹਾਡਾ। ਥੈਂਕ ਯੂ ਵੈਰੀ ਮਚ, ਥੈਂਕ ਯੂ ਜੀ। ਜਿਵੇਂ ਸਰ ਮੈਂ ਕਿਹਾ ਕਿ ਪੰਜਾਬ ਪੁਲਿਸ ਦੇ ਵਿੱਚ ਵੀ ਚਰਚਾ 'ਚ ਰਹਿੰਦਾ ਸੀ ਇਹ ਨਾਂ, ਔਰ ਪੋਲਿਟਿਕਸ ਦੇ ਵਿੱਚ ਆਇਆ, ਹੁਣ ਵੀ ਵਿਰੋਧੀਆਂ ਦੀ ਹਿੱਟ ਲਿਸਟ ਤੇ ਹੈ। ਪੰਜਾਬ ਪੁਲਿਸ ਤੋਂ ਪੰਜਾਬ ਪੋਲਿਟਿਕਸ ਦੇ ਵਿੱਚ ਐਂਟਰੀ ਮਾਰੀ ਹੈ, ਫਰਕ ਕੀ ਦੇਖ ਰਹੇ ਹੋ? ਦੇਖੋ ਜੋ ਪੰਜਾਬ ਪੁਲਿਸ ਹੈ ਨਾ ਜੀ, ਉਹ ਪੰਜਾਬ ਪੁਲਿਸ ਪੋਲਿਟਿਕਸ ਦਾ ਬਹੁਤ ਜ਼ਿਆਦਾ ਸ਼ਿਕਾਰ ਹੋ ਚੁੱਕੀ ਹੈ ਜੀ। ਪੰਜਾਬ ਪੁਲਿਸ ਨੂੰ ਪੋਲਿਟਿਕਸ ਹੀ ਚਲਾਉਂਦੀ ਹੈ ਤੇ ਪੋਲਿਟਿਕਸ ਵਾਸਤੇ ਹੀ ਪੰਜਾਬ ਪੁਲਿਸ ਦਾ ਇਸਤੇਮਾਲ ਹੁੰਦਾ ਆ ਰਿਹਾ ਹੈ ਤੇ ਪੁਲਿਸ ਹੀ ਇੱਕ ਤਰੀਕੇ ਦੇ ਨਾਲ ਇਸ ਪੋਲਿਟਿਕਸ ਨੂੰ ਚਲਾ ਰਹੀ ਹੈ। ਤੁਸੀਂ ਦੇਖੋਗੇ ਹਰ ਖੇਤਰ ਦੇ ਵਿੱਚ ਨਜਾਇਜ਼ ਪਰਚਿਆਂ ਤੋਂ ਲੈ ਕੇ, ਜੇਕਰ ਤੁਹਾਡਾ ਕੋਈ ਵਿਰੋਧੀ ਹੈ ਨਜਾਇਜ਼ ਪਰਚਾ ਦਰਜ ਕਰ ਦਿਓ, ਜੇਕਰ ਤੁਹਾਡੀ ਗੱਲ ਕੋਈ ਨਹੀਂ ਸੁਣਦਾ ਹੈ
ਉਹਦਾ 307 ਦੇ ਕੇਸ ਦੇ ਵਿੱਚ ਉਹਦਾ ਨਾਮ ਪਵਾ ਦਿਓ। ਇਸ ਤਰੀਕੇ ਦੇ ਨਾਲ ਦੇਖੋ ਪੁਲਿਸ ਦਾ ਪੋਲਿਟਿਕਸ ਵਾਸਤੇ ਨਜਾਇਜ਼ ਤਰੀਕੇ ਦੇ ਨਾਲ ਇਸਤੇਮਾਲ ਹੁੰਦਾ ਰਿਹਾ ਹੈ। ਇਸ ਕਰਕੇ ਪੁਲਿਸ ਤੇ ਪੋਲਿਟਿਕਸ ਟੋਟਲੀ ਮਿਕਸਡ ਅਪ ਹੈ ਪੰਜਾਬ ਦੇ ਵਿੱਚ। ਪੋਲੀਟੀਸ਼ੀਅਨ ਪੰਜਾਬ ਪੁਲਿਸ ਦੇ ਅਫਸਰਾਂ ਦਾ ਤੁਸੀਂ ਕਹਿੰਦੇ ਹੋ ਵੀ ਇਸਤੇਮਾਲ ਕਰਦੇ ਨੇ, ਹੁਣ ਤੁਸੀਂ ਵੀ ਪੋਲੀਟੀਸ਼ੀਅਨ ਬਣੇ ਹੋ, ਇਹ ਚੀਜ਼ ਚੇਂਜ ਹੋ ਸਕਦੀ ਹੈ, ਚੇਂਜ ਆ ਸਕਦਾ? ਅਸੀਂ ਇਸੇ ਚੀਜ਼ ਨੂੰ ਮਤਲਬ ਠੀਕ ਕਰਨ ਵਾਸਤੇ ਆਏ ਹਾਂ ਜੀ। ਇਸ ਚੀਜ਼ ਨੂੰ ਕੰਪਲੀਟਲੀ ਅਸੀਂ ਪੋਲਿਟਿਕਸ ਨਹੀਂ ਜੁਆਇਨ ਕੀਤੀ ਹੈ। ਤੁਹਾਨੂੰ ਇਹ ਲੱਗ ਰਿਹਾ ਹੋਗਾ ਕਿ ਅਸੀਂ ਪੋਲਿਟਿਕਸ ਜੁਆਇਨ ਕੀਤੀ ਹੈ, ਪੋਲਿਟਿਕਸ ਨਹੀਂ ਜੁਆਇਨ ਕੀਤੀ ਹੈ। ਇੱਕ ਹੁੰਦਾ ਹੈ ਨਾ ਕਿ ਪੋਲਿਟਿਕਸ ਸ਼ੌਕੀਆ ਤੌਰ 'ਤੇ ਤੁਸੀਂ ਜੋ ਪੋਲਿਟਿਕਸ ਚੱਲ ਰਹੀ ਹੈ ਰਵਾਇਤੀ ਪੋਲਿਟਿਕਸ ਉਹਨੂੰ ਜੁਆਇਨ ਕਰ ਲਿਆ, ਨਹੀਂ। ਅਸੀਂ ਪੋਲਿਟਿਕਸ ਨੂੰ ਇੱਕ ਨਵਾਂ ਡੈਫੀਨੇਸ਼ਨ ਦੇਣਾ ਹੈ, ਨਵੀਂ ਪਰਿਭਾਸ਼ਾ ਦੇਣੀ ਹੈ ਪੋਲਿਟਿਕਸ ਨੂੰ। ਪੋਲਿਟਿਕਸ ਉਹ ਹੈ ਜੋ ਸਾਡੇ ਆਜ਼ਾਦੀ ਦੇ ਸੁਰਮੇ ਸੀਗੇ, ਮਹਾਤਮਾ ਗਾਂਧੀ, ਜਵਾਹਰ ਲਾਲ ਨਹਿਰੂ, ਡਾਕਟਰ ਭੀਮ ਰਾਓ ਅੰਬੇਡਕਰ, ਡਾਕਟਰ ਰਾਜਿੰਦਰ ਪ੍ਰਸਾਦ, ਇਹਨਾਂ ਨੇ ਜੋ ਸੋਚ ਰੱਖੀ ਸੀ, ਜਿਸ ਸੋਚ ਨਾਲ ਇਸ ਮੁਲਕ ਨੂੰ ਆਜ਼ਾਦ ਕਰਾਇਆ ਗਿਆ ਸੀ, ਤੇ ਉਹ ਜੋ ਪੋਲਿਟਿਕਸ ਕਰਦੇ ਸੀਗੇ ਨਾ, ਪੋਲਿਟਿਕਸ ਉਹ ਚੀਜ਼ ਸੀਗੀ। ਲੇਕਿਨ ਸਾਡੇ ਲੀਡਰਾਂ ਨੇ ਤੁਸੀਂ ਦੇਖੋ ਸਾਡੀ ਪੋਲਿਟਿਕਸ ਨੂੰ ਬਰਬਾਦ ਕਰ ਦਿੱਤਾ ਹੈ। ਤਾਂ ਅਸੀਂ ਉਹ ਪੋਲਿਟਿਕਸ ਲੈ ਕੇ ਆਉਣਾ ਚਾਹੁੰਦੇ ਹਾਂ ਜੋ ਪੋਲਿਟਿਕਸ ਵਾਕਈ ਇਸ ਮੁਲਕ ਨੂੰ, ਇਸ ਸੋਸਾਇਟੀ ਨੂੰ ਅੱਗੇ ਲੈ ਕੇ ਜਾਵੇ। ਜਿਸ ਤਰੀਕੇ ਨਾਲ ਪੋਲਿਟਿਕਸ ਦੇ ਵਿੱਚ ਐਂਟਰੀ ਕੀਤੀ ਹੈ, ਵਿਜ਼ਨ ਕੀ ਹੈ ਤੁਹਾਡਾ, ਏਜੰਡਾ ਕੀ ਹੈ, ਕਿਸ ਤਰੀਕੇ ਦੇ ਨਾਲ ਤੁਸੀਂ ਕਹਿੰਦੇ ਹੋ ਸਾਫ਼ ਕਰਨਾ, ਸਮਾਜ ਦੇ ਵਿੱਚੋਂ ਗੰਦਗੀ ਕੱਢਣੀ ਹੈ, ਫਿਰ ਕੀ ਪਲਾਨ ਕੀ ਹੋਏਗਾ, ਕਿਸ ਤਰੀਕੇ ਦੇ ਨਾਲ ਇਹਨੂੰ ਸਾਫ਼ ਕੀਤਾ ਜਾਊਗਾ? ਦੇਖੋ ਗੰਦਗੀ ਨੂੰ ਸਾਫ਼ ਕਰਨ ਵਾਸਤੇ ਗੰਦਗੀ ਦੇ ਵਿੱਚ ਇੱਕ ਵਾਰ ਪੈਰ ਰੱਖਣਾ ਪੈਂਦਾ ਹੈ। ਤਾਂ ਮੈਂ ਗੰਦਗੀ ਦੇ ਵਿੱਚ ਆਪਣਾ ਪੈਰ ਮਤਲਬ आगे कर ਦਿੱਤਾ, ਠੀਕ ਹੈ। तो ये गंदगी है ਜਿਹੜੇ पॉलिटिक्स ने, क्योंकि आम व्यक्ति जो है वो पॉलिटिक्स तो बहुत ज़्यादा नफरत करता है। कोई भी गार्जियन अपने बच्चे ਨੂੰ पॉलिटिक्स ਦੇ ਵੱਲ ਭੇਜਣਾ ਉਚਿਤ ਨਹੀਂ ਸਮਝਦਾ ਹੈ। ਲੇਕਿਨ ਅਸੀਂ ਇਸ ਕਰਕੇ ਇਸ ਪੋਲਿਟਿਕਸ ਨੂੰ ਸਾਫ਼ ਕਰਨਾ ਚਾਹੁੰਦੇ ਹਾਂ ਕਿਉਂਕਿ ਇਸ ਪੋਲਿਟਿਕਸ ਦੇ ਉੱਤੇ ਹੀ ਸਭ ਕੁਝ ਆਧਾਰਿਤ ਹੈ। ਸਾਰਾ ਬੇਸ ਜੋ ਹੈ ਨਾ ਪੋਲਿਟਿਕਸ ਹੈ, ਸਾਰੇ ਸਿਸਟਮ ਦਾ ਬੇਸ, ਸਾਰੇ ਐਡਮਿਨਿਸਟ੍ਰੇਸ਼ਨ ਦਾ, ਗਵਰਨੈਂਸ ਦਾ, ਹਰ ਚੀਜ਼ ਦਾ ਬੇਸ ਪੋਲਿਟਿਕਸ ਹੈ। ਇਸ ਕਰਕੇ ਸਾਡਾ ਇਹ ਮਕਸਦ ਹੈ ਕਿ ਇਸ ਪੋਲਿਟਿਕਸ ਨੂੰ ਕਲੀਨ ਕਰਨਾ ਹੈ। ਇਹਨੂੰ ਤੁਸੀਂ ਇਹ ਕਹਿ ਸਕਦੇ ਹੋ ਕਿ ਅਸੀਂ ਪੋਲੀਟੀਕਲ ਰਿਵੋਲੂਸ਼ਨ ਲੈ ਕੇ ਆ ਰਹੇ ਹਾਂ ਜਿਸ ਦੇ ਵਿੱਚ ਹਰ ਨਾਗਰਿਕ ਦਾ ਯੋਗਦਾਨ ਹੋਗਾ, ਹਰ ਨਾਗਰਿਕ ਪਾਰਟਿਸਿਪੇਟ ਕਰੇਗਾ ਇਸ ਰਿਵੋਲੂਸ਼ਨ ਦੇ ਵਿੱਚ। ਇੱਕ ਰਾਜਨੀਤਿਕ ਕ੍ਰਾਂਤੀ ਹੋਗੀ, ਕ੍ਰਾਂਤੀ ਹੋਗੀ। ਤੇ ਇਹਦੇ ਵਿੱਚ ਤੁਸੀਂ ਦੇਖੋਗੇ ਕਿ ਜਦੋਂ ਪਾਰਟਿਸਿਪੇਸ਼ਨ ਹਰੇਕ ਨਾਗਰਿਕ ਦਾ ਹੋਗਾ ਤੇ ਅਵੇਅਰਨੈਸ ਆ ਜਾਏਗੀ। ਮੈਂ ਸਮਝਦਾ ਹਾਂ ਕਿ ਅਵੇਅਰਨੈਸ ਆ ਚੁੱਕੀ ਹੈ ਤੇ ਇਸ ਤੋਂ ਬਾਅਦ ਸਫਾਈ ਹੋਣਾ ਲਾਜ਼ਮੀ ਹੈ। ਤੇ ਜਿਹੜੇ ਰਿਵਾਇਤੀ ਪੋਲਿਟਿਕਸ ਕਰਨ ਵਾਲੇ ਨੇ ਉਹਨਾਂ ਦਾ ਬਿਲਕੁਲ ਹੀ ਸਫਾਇਆ ਹੋ ਗਿਆ ਹੈ, ਉਹਨਾਂ ਦੀ ਹੋਂਦ ਖਤਮ ਹੋ ਗਈ ਹੈ। ਇਸ ਕਰਕੇ ਮੈਂ ਉਹਨਾਂ ਦੇ ਬਾਰੇ ਕੋਈ ਮਤਲਬ ਆਰੋਪ ਪ੍ਰਤਿਆਰੋਪ, ਐਲੀਗੇਸ਼ਨ, ਕਾਊਂਟਰ ਐਲੀਗੇਸ਼ਨ, ਇਸ ਤਰ੍ਹਾਂ ਦੀ ਪੋਲਿਟਿਕਸ ਦੇ ਵਿੱਚ ਅਸੀਂ ਨਹੀਂ ਜਾਣਾ ਚਾਹੁੰਦੇ। ਕੇਜਰੀਵਾਲ ਸਾਹਿਬ ਦੇ ਨਾਲ ਕੁਝ ਡਿਸਕਸ ਕੀਤਾ ਹੈ, ਪਲਾਨ ਉਹਨਾਂ ਦੇ ਨਾਲ ਮੀਟਿੰਗ ਤੁਹਾਡੀ ਹੋਈ ਹੈ, ਜੁਆਇਨ ਤੁਹਾਨੂੰ ਕਰਵਾਇਆ, ਉਹਨਾਂ ਨੇ ਕਿਹਾ ਮੇਰਾ ਅਫਸਰ ਭਰਾ ਮੇਰੇ ਨਾਲ ਆ ਗਿਆ, ਹੁਣ ਆਪਾਂ ਦੋਨੋਂ ਰਲ ਕੇ ਕੰਮ ਕਰਾਂਗੇ, ਜਿਵੇਂ ਹੋਰ ਵੀ ਲੋਕ ਪੰਜਾਬ ਦੇ ਵਿੱਚ ਜੁੜੇ ਨੇ ਉਹਨਾਂ ਦੇ ਨਾਲ, ਪਲਾਨਸ ਕੋਈ ਡਿਸਕਸ ਹੋਏ ਨੇ? ਦੇਖੋ ਜੋ ਪਲਾਨ ਹੈ ਤੁਸੀਂ ਦੇਖ ਹੀ ਰਹੇ ਹੋ, ਹੌਲੀ ਹੌਲੀ ਅਸੀਂ ਲੈ ਕੇ ਆ ਰਹੇ ਹਾਂ। ਜਿਸ ਤਰ੍ਹਾਂ ਬਿਜਲੀ ਵਾਲਾ ਤੁਸੀਂ ਦੇਖ ਲਿਆ ਤੇ ਬਿਜਲੀ ਵਾਲਾ ਤੁਹਾਡੇ ਸਾਹਮਣੇ ਆ ਗਿਆ, ਤੇ ਇਸੇ ਤਰੀਕੇ ਦੇ ਨਾਲ ਹੋਰ ਵੀ ਜਿਹੜੇ ਪਲਾਨ ਹੋਣਗੇ ਉਹ ਪਲਾਨ ਅਸੀਂ ਲੈ ਕੇ ਆਵਾਂਗੇ। ਹੁਣ ਤੁਸੀਂ ਦੇਖੋਗੇ ਬਿਜਲੀ ਦੇ ਵਿੱਚ ਅਸੀਂ 300 ਯੂਨਿਟ ਬਿਜਲੀ ਫ੍ਰੀ ਕਰ ਰਹੇ ਹਾਂ ਸਾਰਿਆਂ ਵਾਸਤੇ, ਤੇ ਇਹ ਬਹੁਤ ਵੱਡੀ ਗੱਲ ਹੈ ਲੋਕਾਂ ਵਾਸਤੇ। ਲੋਕਾਂ ਦਾ ਪੈਸਾ ਲੋਕਾਂ ਦੇ ਕੋਲ ਅਸੀਂ ਵਾਪਸ ਕਰ ਰਹੇ ਹਾਂ। ਤੇ ਦੂਸਰੇ ਕੀ ਕਰਦੇ ਨੇ, ਤੁਸੀਂ ਬਿਜਲੀ ਇਲੈਕਟ੍ਰਿਸਿਟੀ ਐਗਰੀਮੈਂਟ ਦੇਖੋ, ਉਹਨਾਂ ਨੇ ਕੀ ਕੀਤਾ ਹੈ ਕਿ 2 ਨੰਬਰ ਦੀਆਂ ਕੰਪਨੀਆਂ, ਲੀਡਰਾਂ ਦੀਆਂ ਕੰਪਨੀਆਂ ਦੇ ਨਾਲ ਐਗਰੀਮੈਂਟ ਕੀਤਾ ਗਿਆ ਹੈ। ਜੇਕਰ ਮੰਨ ਲਓ ਇਲੈਕਟ੍ਰਿਸਿਟੀ ਐਗਰੀਮੈਂਟ ਜੋ ਹੈ ਉਹ ਕਿਉਂ ਕੀਤਾ ਗਿਆ? ਸਰਕਾਰ ਦੀ ਕੰਪਨੀ ਬਿਜਲੀ ਪ੍ਰੋਡਿਊਸ ਕਰਦੀ ਹੈ, ਪ੍ਰੋਡਕਸ਼ਨ ਸਰਕਾਰ ਦੀ ਕੰਪਨੀ ਵੱਲੋਂ ਹੋ ਰਿਹਾ ਹੈ, ਤੇ ਡਿਸਟ੍ਰੀਬਿਊਸ਼ਨ ਵਾਸਤੇ ਤੁਹਾਨੂੰ ਇੱਕ ਵਿਚੌਲੀਏ ਦੀ ਕਿਉਂ ਲੋੜ ਪੈ ਗਈ? ਤੇ ਤੁਸੀਂ ਦੇਖੋ ਕਿੰਨਾ ਜ਼ਿਆਦਾ ਬਿਜਲੀ ਦਾ ਰੇਟ ਹੋ ਗਿਆ। ਤੇ ਇਸ ਦਾ ਸਭ ਤੋਂ ਜ਼ਿਆਦਾ ਮਤਲਬ ਤੁਸੀਂ ਦੇਖੋਗੇ ਨਾ, ਇਹਦਾ ਕਾਰਨ ਕੀ ਹੈ ਕਿ ਵਿਚੌਲੀਏ ਆ ਗਏ ਇਹਦੇ ਵਿੱਚ। ਉਹ ਵਿਚੌਲੀਏ ਕੌਣ ਨੇ? ਤੁਹਾਡੇ ਲੀਡਰਾਂ ਦੀਆਂ ਕੰਪਨੀਆਂ ਨੇ। ਕੰਪਨੀ ਦੇ ਡਾਇਰੈਕਟਰ ABCD ਕੋਈ ਵੀ ਹੋ ਸਕਦੇ ਨੇ, ਲੇਕਿਨ ਮਾਲਿਕ ਕੌਣ ਹੈ? ਤਾਂ ਤੁਹਾਡੇ ਲੀਡਰ ਨੇ। ਇਸ ਕਰਕੇ ਇਹ ਜਨਤਾ ਨੂੰ ਲੂਟਦੇ ਨੇ, ਬਿਜਲੀ ਦੇ ਨਾਂ 'ਤੇ ਇਹ ਜਨਤਾ ਨੂੰ ਲੂਟਦੇ ਨੇ। ਅਸੀਂ ਦੇਖੋ ਉਹ ਚੀਜ਼ ਫ੍ਰੀ ਜਨਤਾ ਤੱਕ ਪਹੁੰਚਾ ਰਹੇ ਹਾਂ। ਇਹ ਸਾਡਾ ਮਤਲਬ ਇਹ ਪਲਾਨ ਹੈ। ਇੱਕ ਪਲਾਨ ਅਸੀਂ ਤੁਹਾਨੂੰ ਦੇ ਦਿੱਤਾ, ਹੋਰ ਵੀ ਕਈ ਪਲਾਨ ਆਉਣਗੇ ਤਾਂ ਤੁਹਾਨੂੰ ਹੌਲੀ ਹੌਲੀ ਦੱਸਦੇ ਜਾਵਾਂਗੇ ਪਲਾਨਾਂ ਦੇ। ਹਾਲਾਂਕਿ 200 ਯੂਨਿਟ ਪਹਿਲਾਂ ਜਿਹੜੀ ਹੈ ਉਹ ਕਹਿੰਦੇ ਪਹਿਲਾਂ ਗੱਲ ਚੱਲਦੀ ਸੀਗੀ ਦਿੱਲੀ ਦੇ ਵਿੱਚ, ਉੱਥੇ ਦੇ ਰਹੇ ਨੇ ਹੈ ਨਾ, ਇੱਥੇ 300 ਤੱਕ ਦੀ, ਇਹਦੇ ਉੱਤੇ ਵੀ ਰੌਲਾ ਪਿਆ, ਕਹਿੰਦੇ ਵੀ ਇਹ ਤਾਂ ਜਿਹੜੇ ਭਿਖਾਰੀ ਬਣਾਉਣ ਦੀ ਕੋਸ਼ਿਸ਼ ਕਰ ਰਹੇ ਨੇ। ਨਹੀਂ, ਦੇਖੋ ਦਿੱਲੀ ਦੇ ਵਿੱਚ 200 ਹੈ ਤੇ ਪੰਜਾਬ ਤੇ ਦਿੱਲੀ ਦੇ ਵਿੱਚ ਫਰਕ ਹੈ ਨਾ, ਤੇ ਇਸ ਕਰਕੇ ਅਸੀਂ ਪੰਜਾਬ ਦੇ ਵਿੱਚ 300 ਯੂਨਿਟ ਕਰ ਰਹੇ ਹਾਂ। ਤੇ ਅਸੀਂ ਜੋ ਲੂਟ ਖਸੋਟ ਹੈ ਉਹਨੂੰ ਰੋਕ ਕੇ ਪਬਲਿਕ ਦਾ ਜੋ ਪੈਸਾ ਹੈ ਪਬਲਿਕ ਦੇ ਕੋਲ ਅਸੀਂ ਡਾਈਵਰਟ ਕਰ ਰਹੇ ਹਾਂ। ਉਹ ਪੋਲੀਟੀਸ਼ੀਅਨ ਆਪਣੇ ਕੋਲ ਲੈ ਕੇ ਜਾਂਦੇ ਸੀਗੇ, ਉਹ ਅਸੀਂ ਪਬਲਿਕ ਨੂੰ ਦੇ ਰਹੇ ਹਾਂ। ਕੰਗਾਲ ਕਿਸ ਤਰੀਕੇ ਦੇ ਨਾਲ ਬਣਾਉਣਾ ਹੈ? ਕੰਗਾਲ ਤਾਂ ਉਹਨਾਂ ਨੇ ਬਣਾਇਆ ਹੈ ਨਾ, ਪਬਲਿਕ ਦਾ ਪੈਸਾ ਲੁੱਟ ਕੇ, ਪਬਲਿਕ ਮਨੀ ਲੁੱਟ ਕੇ। ਉਹਨਾਂ ਨੇ ਕਿਸੇ ਨੇ ਸੁਖ ਵਿਲਾਸ ਬਣਾ ਲਿਆ, ਕਿਸੇ ਨੇ
ਪਾਰਕਿੰਗ ਬਣਾ ਲਈ, ਕਿਸੇ ਨੇ ਹੋਟਲ ਬਣਾ ਲਿਆ, ਕਿਸੇ ਨੇ। ਗਲੋਬਲਾਈਜੇਸ਼ਨ ਦਾ ਸਭ ਤੋਂ ਜ਼ਿਆਦਾ ਫਾਇਦਾ ਕਿਹਨਾਂ ਨੂੰ ਹੋਇਆ ਹੈ? ਠੀਕ ਹੈ, ਉਹਨਾਂ ਨੂੰ ਪੁੱਛੋ ਕਿ ਉਹਨਾਂ ਦੀ ਪ੍ਰੋਪਰਟੀ ਕੀ ਸੀਗੀ, ਸੋਰਸ ਆਫ ਇਨਕਮ ਕੀ ਸੀਗਾ, ਤੇ ਉਹਨਾਂ ਨੇ ਜੋ ਕੁਝ ਵੀ ਬਣਾਇਆ ਹੈ ਉਹਦੇ ਵਾਸਤੇ ਉਹਨਾਂ ਦੇ ਕੋਲ ਪੈਸਾ ਸੀਗਾ ਕਿ ਲੁੱਟ ਕੇ ਬਣਾਇਆ ਹੈ। ਇਹ ਸਭ ਹਰ ਚੀਜ਼ ਦਾ ਹਿਸਾਬ ਹੋਣਾ ਹੈ ਨਾ। ਕੰਗਾਲ ਕਿਸਨੇ ਬਣਾਇਆ ਹੈ, ਇਹ ਤਾਂ ਸਾਰਾ ਕੁਝ ਵਾਈਟ ਪੇਪਰ ਆਏਗਾ, ਤੇ ਵਾਈਟ ਪੇਪਰ ਕੋਈ ਹੋਰ ਲੈ ਕੇ ਨਹੀਂ ਆਏਗਾ, ਪਬਲਿਕ ਲੈ ਕੇ ਆਊਗੀ। ਇਹ ਸਭ ਕੁਝ ਪਬਲਿਕ ਡੋਮੇਨ ਦੇ ਵਿੱਚ ਆਏਗਾ। ਤੁਸੀਂ ਦੇਖੋਗੇ 7 ਸਟਾਰ ਹੋਟਲ ਬਣਾਉਂਦੇ ਨੇ, ਪੈਸਾ ਕਿੱਥੋਂ ਆਉਂਦਾ ਹੈ? BRTS ਦਾ ਪੈਸਾ ਹੈ। ਰੋਡ ਦੇ ਵਿਚਕਾਰ ਰੋਡ ਬਣਾਈ ਗਈ, ਤੁਸੀਂ ਦੇਖੋ ਇਹ ਫਲॉप ਪ੍ਰੋਜੈਕਟ ਹੈ। ਕਰੋੜਾਂ ਦਾ ਬਜਟ ਬਣਾਇਆ ਗਿਆ, ਉਹ ਪੈਸਾ ਗਿਆ ਕਿੱਥੇ? ਪੋਲੀਟੀਸ਼ੀਅਨਾਂ ਦੇ ਜੇਬ ਦੇ ਵਿੱਚ ਗਿਆ। ਉਹ ਸਾਰਾ ਹਿਸਾਬ ਹੋਣਾ ਹੈ। ਐਲੀਵੇਟਡ ਰੋਡ ਪ੍ਰੋਜੈਕਟ ਬਣਾਇਆ ਗਿਆ ਅੰਮ੍ਰਿਤਸਰ ਦੇ ਵਿੱਚ, ਹਿਸਾਬ ਹੋਣਾ ਹੈ। ਪੈਸਾ ਕਿੱਥੋਂ ਆਇਆ, ਕਿੱਧਰ ਚਲਾ ਗਿਆ ਪੈਸਾ? ਠੀਕ ਹੈ, ਇਸ ਤਰ੍ਹਾਂ ਦੇ ਪ੍ਰੋਜੈਕਟ ਸਲਮਸ ਦੇ ਵਿੱਚ ਬਣਾਏ ਜਾਂਦੇ ਨੇ, ਸਮਾਰਟ ਸਿਟੀ ਦੇ ਵਿੱਚ ਨਹੀਂ ਬਣਾਏ ਜਾਂਦੇ। ਤੇ ਇਹ ਸਾਰਾ ਹਿਸਾਬ ਹੋਣਾ ਹੈ ਤੇ ਪਬਲਿਕ ਹਿਸਾਬ ਕਰੇਗੀ। ਵਾਈਟ ਪੇਪਰ ਇਸ ਵਾਰ ਪਬਲਿਕ ਲੈ ਕੇ ਆਊਗੀ। ਜਦੋਂ ਆਮ ਆਦਮੀ ਪਾਰਟੀ ਦੀ ਸਰਕਾਰ ਬਣੇਗੀ, ਇਹ ਪਬਲਿਕ ਦੀ ਸਰਕਾਰ ਹੋਗੀ, ਤੇ ਵਾਈਟ ਪੇਪਰ ਪਬਲਿਕ ਆਪਣੇ ਆਪ ਲੈ ਆਏਗੀ, ਕਿਉਂਕਿ ਸਾਰਾ ਡਾਕੂਮੈਂਟ, ਸਾਰਾ ਰਿਕਾਰਡ ਪਬਲਿਕ ਦੇ ਸਾਹਮਣੇ ਰੱਖ ਦਿੱਤਾ ਜਾਊਗਾ। ਜਿਵੇਂ ਪੰਜਾਬ ਦੇ ਵਿੱਚ ਮੁੱਖ ਤੌਰ ਦੇ ਉੱਤੇ ਬੇਅਦਬੀ ਮਾਮਲੇ ਦਾ ਮੁੱਦਾ ਵੀ ਰਿਹਾ, ਪਿਛਲੀ ਇਲੈਕਸ਼ਨਸ ਦੇ ਵਿੱਚ ਵੀ ਰਿਹਾ, ਲਗਾਤਾਰ ਚੱਲ ਰਿਹਾ। ਤੁਸੀਂ ਵੀ ਜ਼ਿਕਰ ਕਰਦੇ ਹੋ ਕਿ ਇਹ ਜਿਹੜੇ ਹੈ ਇਨਸਾਫ ਕਈ ਸਾਲਾਂ ਤੱਕ ਹੁਣ ਆਉਣ ਵਾਲੇ ਸਮੇਂ 'ਚ ਨਹੀਂ ਮਿਲ ਸਕਦਾ। ਤੁਸੀਂ ਵੀ ਇਦਾਂ ਦੀਆਂ ਗੱਲਾਂ ਕਹਿੰਦੇ ਹੋ। ਦੂਸਰੇ ਪਾਸੇ ਡਰੱਗਸ ਦਾ ਮੁੱਦਾ ਵੀ ਪੰਜਾਬ ਦੇ ਵਿੱਚ ਬਹੁਤ ਭਾਰੀ ਰਿਹਾ, ਬਹੁਤ ਸਾਰੇ ਨੌਜਵਾਨਾਂ ਦੀਆਂ ਜਾਨਾਂ ਵੀ ਗਈਆਂ, ਤਸਵੀਰਾਂ ਵੀ ਆਈਆਂ। ਡਰੱਗਸ ਨੂੰ ਕੰਟਰੋਲ ਕਰਨ ਦੇ ਲਈ ਹੈ ਕੋਈ ਪਲਾਨ ਤੁਹਾਡੇ ਕੋਲ? ਤੁਸੀਂ ਖੁਦ ਪੁਲਿਸ ਦੇ ਵਿੱਚ ਰਹੇ ਹੋ, ਉੱਥੇ ਲਾਅ ਐਂਡ ਆਰਡਰ ਨੂੰ ਮੇਨਟੇਨ ਕਰਨ ਦਾ ਤੁਹਾਡੇ ਕੋਲ ਜ਼ਿੰਮਾ ਸੀਗਾ। ਹੁਣ ਤੁਸੀਂ ਬਤੌਰ ਸਿਆਸਤ ਦੇ ਵਿੱਚ ਆ ਕੇ ਸਿਆਸਤਦਾਨ ਦੇ ਤੌਰ ਦੇ ਉੱਤੇ ਕੰਮ ਕਰੋਗੇ, ਸਮਾਜ ਨੂੰ ਸੁਧਾਰਨ ਦੀ ਗੱਲ ਕਰਦੇ ਹੋ, ਤਾਂ ਫਿਰ ਡਰੱਗਸ ਦੇ ਉੱਤੇ ਕੋਈ ਪਾਲਿਸੀ ਕੁਛ ਇੱਦਾਂ ਦੀ ਕਿਸ ਤਰੀਕੇ ਦੀ ਸਖਤਾਈ ਹੋਊ? ਦੇਖੋ, ਡਰੱਗਸ ਦੇ ਵਿੱਚ ਹੁਣ ਤੱਕ ਪਾਲਿਸੀ ਸਾਰੀ ਹੈ ਜੀ, ਪਾਲਿਸੀ ਸਰਕਾਰ ਦੇ ਕੋਲ ਹੈ, ਲੇਕਿਨ ਇੰਪਲੀਮੈਂਟ ਨਹੀਂ ਹੁੰਦੀ ਹੈ। ਕਿਉਂ ਨਹੀਂ ਹੁੰਦੀ ਹੈ? ਪੋਲੀਟੀਕਲ ਵਿਲ ਦੀ ਕਮੀ ਹੈ। ਪੋਲੀਟੀਕਲ ਵਿਲ ਹੈ ਨਹੀਂ। ਜਾਂ ਤੁਸੀਂ ਕਹੋ ਇਹ ਸਾਰੇ ਆਪਸ ਦੇ ਵਿੱਚ ਮਿਕਸਅਪ ਨੇ। ਜੋ ਸਭ ਤੋਂ ਵੱਡਾ ਜੋ ਡਰੱਗਸ ਦਾ ਡੀਲਰ ਹੈ, ਥੋਕ ਵਪਾਰੀ ਹੈ, ਉਹਨੂੰ ਤਾਂ ਪ੍ਰੋਟੈਕਸ਼ਨ ਮਿਲਦਾ ਹੈ, ਉਹਦੇ ਖਿਲਾਫ ਤਾਂ ਕੋਈ ਕਾਰਵਾਈ ਕੀਤੀ ਨਹੀਂ ਗਈ। ਛੋਟੇ ਵਿਅਕਤੀਆਂ ਨੂੰ ਫੜ ਕੇ ਤੁਸੀਂ ਅੰਦਰ ਦੇ ਦਿਓ। ਮੰਨ ਲਓ 200 ਕਿਲੋ ਹੈਰੋਇਨ, ਕੋਈ ਛੋਟਾ ਇੱਕ ਬੰਦਾ ਉਸ ਦੇ ਬਸ ਦਾ ਨਹੀਂ ਹੈ ਨਾ ਜੀ, ਕੋਈ ਨਾ ਕੋਈ ਤਾਂ ਹੋਗਾ ਨਾ ਜੀ ਵੱਡਾ ਉਹਦੇ ਵਿੱਚ। ਕਿਉਂਕਿ ਡਰੱਗਸ ਜਦੋਂ ਵੱਡੀ ਖੇਪ ਚੱਲਦੀ ਹੈ ਤੇ ਕਿੱਥੋਂ ਚੱਲਦੀ ਹੈ, ਕਿੱਥੇ ਪਹੁੰਚਣੀ ਹੁੰਦੀ ਹੈ, ਤੇ ਉਹ ਬੰਦਾ ਮਗਰ ਹੁੰਦਾ ਕੌਣ ਹੈ? ਠੀਕ ਹੈ, ਕੁਰੀਅਰ ਨੂੰ ਫੜ ਲਿਆ ਜਾਂਦਾ ਹੈ, ਵੱਡਿਆਂ ਨੂੰ ਛੱਡ ਦਿੱਤਾ ਜਾਂਦਾ ਹੈ। ਤੇ ਇਸ ਕਰਕੇ ਤੇ ਡਰੱਗਸ ਦਾ ਖਾਤਮਾ ਨਹੀਂ ਹੋ ਪਾ ਰਿਹਾ ਹੈ। ਤੇ ਸਾਡੀ ਇਹੀ ਪੋਲਿਸੀ ਹੈ ਕਿ ਜੋ ਬੰਦਾ ਡਰੱਗਸ ਮੰਗਾ ਰਿਹਾ ਹੈ, ਐਕਚੁਅਲ ਟ੍ਰੇਡ ਦੇ ਵਿੱਚ ਹੈ, ਜਿਸ ਨੂੰ ਉਸ ਦਾ ਮਤਲਬ ਮੇਨ ਫਾਇਦਾ ਹੋ ਰਿਹਾ ਹੈ, ਉਹ ਸਾਰਿਆਂ ਨੂੰ ਪਤਾ ਹੈ ਕਿ ਉਹ ਬੰਦਾ ਕੌਣ ਹੈ, ਕਿਸੇ ਦਾ ਲਿਫਾਫਾ ਪਿਆ ਹੈ ਹਾਈ ਕੋਰਟ ਦੇ ਵਿੱਚ। ਇਹ ਸਾਰਾ ਕੁਝ ਅਸੀਂ ਕਰਾਂਗੇ ਤੇ ਤੁਸੀਂ ਦੇਖੋਗੇ ਕਿ ਡਰੱਗਸ ਮਤਲਬ ਮੁੱਦਾ ਤਾਂ ਰਹੇਗਾ, ਹਮੇਸ਼ਾ ਰਹੇਗਾ, ਜਦੋਂ ਤੱਕ ਇਹ ਖਤਮ ਨਹੀਂ ਹੋਗਾ। ਲੇਕਿਨ ਅਸੀਂ ਕੋਈ 4 ਹਫ਼ਤੇ 8 ਹਫ਼ਤੇ ਦਾ ਟਾਈਮ ਫਰੇਮ ਤਾਂ ਨਹੀਂ ਦੇਵਾਂਗੇ, ਲੇਕਿਨ ਡਰੱਗਸ ਬਹੁਤ ਛੇਤੀ ਅਸੀਂ ਖਤਮ ਕਰ ਦੇਵਾਂਗੇ। ਡਰੱਗਸ ਦੇ ਇਲਜ਼ਾਮ ਵੱਡੇ ਬੰਦੇ ਦੇ ਉੱਤੇ ਪਹਿਲਾਂ ਵੀ ਲੱਗੇ, ਤੁਹਾਡੇ ਕਨਵੀਨਰ ਨੇ ਵੀ ਲਾਏ ਨੇ, ਪਰ ਉਹ ਵਾਪਸ ਲੈ ਲਏ ਇਲਜ਼ਾਮਾਂ ਨੂੰ। ਲੱਗਦਾ ਫਿਰ ਇਸ ਤਰੀਕੇ ਦੇ ਨਾਲ, ਜਿਸ ਤਰੀਕੇ ਨਾਲ ਤੁਸੀਂ ਦਾਅਵਾ ਕਰਦੇ ਹੋ ਕਿ ਫੜ ਕੇ ਜੇਲ੍ਹਾਂ ਦੇ ਵਿੱਚ ਹੋਣਗੇ ਵੱਡੇ ਜਿਹੜੇ ਸਮਗਲਰ ਨੇ, ਫਿਰ ਉਹ ਕਿੱਦਾਂ ਹੋਣਗੇ ਜੇ ਕਨਵੀਨਰ ਹੀ ਮਾਫੀ ਮੰਗ ਲਏ? ਦੇਖੋ ਹੁੰਦਾ ਕੀ ਹੈ, ਅਸੀਂ ਇਲਜ਼ਾਮ ਨਹੀਂ ਲਗਾਉਂਦੇ ਜੀ। ਜੋ ਸੱਚਾਈ ਹੈ ਨਾ, ਉਹ ਇਲਜ਼ਾਮ ਨਹੀਂ ਹੈ, ਉਹ ਸੱਚਾਈ ਹੈ। ਪੰਜਾਬ ਦੇ ਵਿੱਚ ਬੱਚੇ ਨੂੰ ਤੁਸੀਂ ਪੁੱਛੋ ਕਿ ਡਰੱਗਸ ਦਾ ਥੋਕ ਵਪਾਰੀ ਕੌਣ ਹੈ, ਤਾਂ ਮੈਨੂੰ ਨਾਂ ਲੈਣ ਦੀ ਲੋੜ ਨਹੀਂ ਹੈ, ਉਹ ਆਪੇ ਹਰ ਬੱਚਾ ਨਾਮ ਲੈ ਲੇਗਾ। ਠੀਕ ਕਿਉਂ? क्योंकि बच्चा ही सब तो बड़ा विक्टिम है। ठीक है ना, जो 10 साल 12 साल 14 साल स्कूल जाते हुए बच्चे भी इस मतलब नशे की लत दे विच आ गए, नशे के शिकार हो गए। कॉलेजों के यूनिवर्सिटियां के तुसीं देखो ये कौन पहुँचाता है? ये इलैक्शनां के दौरान भी करते हैं। इन्हां दे बंदे, इन्हां दे करिंदे 15 दिन तक फ्री का नशा देंदे ने इन्हां नूं, ते बाद दे विच 5 साल नशा बेचते हैं। वही बंदे उन्हां बच्चों नूं ही नशा बेचते हैं। तो ठीक है, जो ये कर रहे हैं इन्हों करी जान दो, तुसी देख लेना, असीं छेती सारा कुछ ठीक कर देंगे। जो ठीक हो जाएगा सारा कुछ सामने आ जाएगा। ਤੁਹਾਡੇ ਤੇ ਇਲਜ਼ਾਮ ਲੱਗ ਰਹੇ ਨੇ ਰਜੀਵ ਭਗਤ ਹੋਰਾਂ ਦੇ ਨਾਲ ਤੁਹਾਡਾ ਨਾਮ ਜੋੜਿਆ ਜਾ ਰਿਹਾ, ਕਹਿੰਦੇ ਇੱਥੋਂ ਤੱਕ ਕਹਿ ਦਿੱਤਾ ਗਿਆ ਵੀ ਤੁਹਾਡੀ ਗੱਡੀ ਦੇ ਵਿੱਚ ਸਪਲਾਈ ਹੁੰਦਾ ਸੀ। देखो, जो आए सीगे धरना लगाउन वास्ते वो भी वापस चले गए। उन्होंने भी कहा कि वोट तुहानू ही देना है, सानू भेजा गया, जबरदस्ती भेजा गया। जिन्होंने आउना सी वो उन्होंने ना कर दी। इल्ज़ाम लगाउन वास्ते जो गंदगी दे विच असीं पैर रख दिता नहीं जी, तो वो छीटे पैणगे, उस दे नाल असीं डरन वाले नहीं। ठीक है, राजीव भगत की गल चली है, राजीव भगत नूं मैं नहीं जानता। तुसीं मेरे कोल आए हो, तुहाडा कोई सर्टिफिकेट वेरीफिकेशन करा के तो मैं इंटरव्यू दे नहीं रहा हूँ। कल हो के मान लो तुहाडे खिलाफ कोई गल आउंदी है तो मेरे तो इल्ज़ाम लग जाऊगा कि हाँ जी तुसीं मेरा इंटरव्यू लेके गए हो। ठीक है कि नहीं? तो इस तरह की गल नहीं होंदी है। ठीक है कि नहीं?
ਕਿਸੇ ਦਾ ਵੈਰੀਫਿਕੇਸ਼ਨ ਜੋ ਆ ਕੇ ਮੈਨੂੰ ਬੁੱਕੇ ਫੜਾ ਗਿਆ ਉਹਨੇ ਫੇਸਬੁੱਕ 'ਤੇ ਪਾ ਦਿੱਤਾ ਤਾਂ ਉਹ ਮੇਰੇ ਖਿਲਾਫ ਉਹ ਹੋ ਗਿਆ ਕਿ ਮੇਰਾ ਉਹਦੇ ਨਾਲ ਉਹ ਹੈ ਡਰੱਗਸ ਦੇ ਡੀਲਰ ਨੇ ਥਰ ਕਾਂਪਦੇ ਸੀਗੇ ਤੇ ਹੁਣ ਵੀ ਕੱਪਣਗੇ ਤੁਸੀਂ ਦੇਖ ਲੈਣਾ ਇਹ ਇਹਨਾਂ ਦੀ ਬੌਖਲਾਹਟ ਹੈ ਠੀਕ ਹੈ ਨਾ ਇਹਨਾਂ ਦਾ ਖਾਤਮਾ ਹੋ ਗਿਆ ਹੈ ਇਹਨਾਂ ਨੂੰ ਲੱਗ ਰਿਹਾ ਹੈ ਕਿ ਹਾਂ 15 ਮਾਰਚ ਤੋਂ ਬਾਅਦ 2022 ਦੇ ਵਿੱਚ ਇਹ ਸਾਰੇ ਜੇਲ੍ਹਾਂ ਦੇ ਵਿੱਚ ਹੋਣਗੇ ਇਸ ਕਰਕੇ ਇਹ ਇਹਨਾਂ ਦੀ ਬੌਖਲਾਹਟ ਹੈ। ਪੁਲਿਸ ਤੇ ਪੋਲਿਟਿਕਸ ਦੇ ਵਿੱਚ ਮੈਂ ਬਾਰ-ਬਾਰ ਗੱਲ ਕਰ ਰਿਹਾ ਰੂਟੀਨ ਦੇ ਵਿੱਚ ਤਬਦੀਲੀ ਆਈ ਕੋਈ ਪਹਿਲਾਂ ਤਾਂ ਡਿਊਟੀ ਤੁਸੀਂ ਜਾਂਦੇ ਸੀ ਲਾਅ ਐਂਡ ਆਰਡਰ ਨੂੰ ਮੇਨਟੇਨ ਕਰਨ ਦੇ ਲਈ ਤੁਸੀਂ ਧਰਨੇ ਪ੍ਰਦਰਸ਼ਨ ਜਿਹੜੇ ਉਹਨਾਂ ਨੂੰ ਪੀਸਫੁਲੀ ਖਤਮ ਕਰਵਾਉਣ ਦੇ ਲਈ ਜਾਂਦੇ ਸੀ ਅੱਜ ਘਰਾਂ ਦੇ ਬਾਹਰ ਤੁਹਾਡੇ ਧਰਨੇ ਲੱਗ ਰਹੇ ਨੇ ਕੋਈ ਚੇਂਜ ਆਇਆ ਕੁਝ ਨਹੀਂ ਦੇਖੋ ਇਸ ਡੈਮੋਕ੍ਰੇਸੀ ਨੂੰ ਇੱਕ ਅਸੀਂ ਨਵੀਂ ਪਰਿਭਾਸ਼ਾ ਦੇ ਰਹੇ ਹਾਂ ਠੀਕ ਹੈ ਤੇ ਇਹ ਸਾਰਾ ਕੁਝ ਹੌਲੀ ਹੌਲੀ ਸਾਰਾ ਸਿਸਟਮ ਠੀਕ ਹੋ ਜਾਣਾ ਹੈ ਕਿਉਂਕਿ ਪਬਲਿਕ ਨੂੰ ਪ੍ਰੋਵੋਕ ਕੀਤਾ ਜਾਂਦਾ ਹੈ ਪਬਲਿਕ ਨੂੰ ਐਕਸਪਲੋਇਟ ਕੀਤਾ ਜਾਂਦਾ ਹੈ ਉਹਨਾਂ ਦੇ ਸੈਂਟੀਮੈਂਟਸ ਨੂੰ ਐਕਸਪਲੋਇਟ ਕੀਤਾ ਜਾਂਦਾ ਹੈ ਤਾਂ ਜਦੋਂ ਸੈਂਟੀਮੈਂਟਲ ਐਕਸਪਲੋਇਟੇਸ਼ਨ ਦੀ ਰਾਜਨੀਤੀ ਹੋਗੀ ਤਾਂ ਡੈਮੋਕ੍ਰੇਸੀ ਕਿਸੇ ਹੋਰ ਪਾਸੇ ਚਲੀ ਜਾਂਦੀ ਹੈ ਤਾਂ ਅਸੀਂ ਉਸ ਡੈਮੋਕ੍ਰੇਸੀ ਨੂੰ ਹੀ ਕਲੀਨ ਕਰ ਰਹੇ ਹਾਂ ਜੋ ਸਾਡਾ ਪੋਲੀਟੀਕਲ ਰਿਵੋਲੂਸ਼ਨ ਦਾ ਏਜੰਡਾ ਹੈ ਉਸ ਦਾ ਮਕਸਦ ਹੀ ਹੈ ਡੈਮੋਕ੍ਰੇਸੀ ਨੂੰ ਕਲੀਨ ਕਰਨਾ ਡੈਮੋਕ੍ਰੇਸੀ ਜੋ ਹੁੰਦੀ ਹੈ ਉਹ ਜਨਤਾ ਦਾ ਸ਼ਾਸਨ ਹੁੰਦੀ ਹੈ ਜਨਤਾ ਵੱਲੋਂ ਤੇ ਜਨਤਾ ਵਾਸਤੇ ਹੁੰਦੀ ਹੈ ਠੀਕ ਹੈ ਨਾ ਫॉर द ਪੀਪਲ ਬਾਈ ਦ ਪੀਪਲ ਆਫ ਦ ਪੀਪਲ ਜਿਹਨੂੰ ਕਿਹਾ ਜਾਂਦਾ ਹੈ ਤਾਂ ਜਦੋਂ ਟਰੂ ਸੈਂਸ ਦੇ ਵਿੱਚ ਸਹੀ ਮਾਇਨੇ ਦੇ ਵਿੱਚ ਡੈਮੋਕ੍ਰੇਸੀ ਨੂੰ ਅਸੀਂ ਸਾਹਮਣੇ ਲੈ ਕੇ ਆਵਾਂਗੇ क्लीन हो जाएगा सारा चीज़ तो सब कुछ ठीक हो जाएगा तुसी देख लेना ये रिवायती पॉलिटिक्स ख़त्म हो जाएगी रिवायती पार्टियां का भी खात्मा हो जाएगा फिर एक एलिगेशन काउंटर एलिगेशन भी ख़त्म हो जाएगा पब्लिक दे विच एक्चुअल पावर आ जाएगा आम जनता सड़क ਤੇ ਚੱਲਦੀ ਹੋਈ ਜਨਤਾ ਪੁੱਛ ਸਕਦੀ ਹੈ ਕਿਸੇ ਨੂੰ ਵੀ ਕਿਸੇ ਅਫਸਰ ਨੂੰ ਪੋਲੀਟੀਸ਼ੀਅਨ ਨੂੰ ਵੀ ਕਿ ਇਹ ਚੀਜ਼ ਕਿਸ ਤਰੀਕੇ ਦੇ ਨਾਲ ਹੋ ਰਿਹਾ ਹੈ ਇਹ ਕਿਉਂ ਹੋ ਰਿਹਾ ਹੈ ਅੱਜ ਤੁਸੀਂ ਜਾ ਕੇ ਦੇਖੋ ਦਫ਼ਤਰਾਂ ਦੇ ਸਾਹਮਣੇ ਮੰਗਤੇ ਬਣ ਕੇ ਇੱਕ ਖੜੇ ਹੁੰਦੇ ਨੇ ਠੀਕ ਹੈ ਕਿ ਨਹੀਂ ਆਮ ਪਬਲਿਕ ਦੇ ਲੋਕ ਲੇਕਿਨ ਜਦੋਂ ਆਮ ਆਦਮੀ ਪਾਰਟੀ ਦੀ ਸਰਕਾਰ ਆਏਗੀ ਤਾਂ ਉਹਦੇ ਵਿੱਚ ਆਮ ਆਦਮੀ ਆਮ ਜਨਤਾ ਮਾਲਿਕ ਹੋਗੀ ਤਾਂ ਉਹਨਾਂ ਦਾ ਕੰਮ ਸਮੂਥਲੀ ਚੱਲੇਗਾ ਡੈਮੋਕ੍ਰੇਸੀ ਮਜ਼ਬੂਤ ਹੋਗੀ ਤੇ ਸਾਰਾ ਪ੍ਰੋਬਲਮ ਆਪਣੇ ਆਪ ਸੋਲਵ ਹੋ ਜਾਏਗਾ ਸਿੱਖ ਫੇਸ ਦਾ ਜਿਹੜਾ ਗੱਲ ਹੋਈ ਹੈ ਵੀ ਸਿੱਖ ਫੇਸ ਆਪਾਂ ਦਿਆਂਗੇ ਪੰਜਾਬ ਦਾ ਸੀਐਮ ਅਰਵਿੰਦ ਕੇਜਰੀਵਾਲ ਪਾਰਟੀ ਦੇ ਅੰਦਰ ਇੱਕ ਚਰਚਾ ਚੱਲਦੀ ਹੋਊਗੀ ਕਿਸੇ ਨਾਮ ਦੇ ਉੱਤੇ ਆ ਕੇ ਕੋਈ ਇੱਕ ਚਰਚਾ ਟਿਕਦੀ ਹੈ ਦੇਖੋ ਇਸ ਚੀਜ਼ ਦੇ ਬਾਰੇ ਅਸੀਂ ਕੋਈ ਡਿਸਕਸ ਜਦੋਂ ਇਸ ਵੇਲੇ ਨਹੀਂ ਕਰ ਸਕਦੇ ਕਿਉਂਕਿ ਇਹ ਪਾਰਟੀ ਦੀ ਆਪਣੀ ਸਟ੍ਰੈਟਜੀ ਹੈ ਤਾਂ ਜੋ ਸਟ੍ਰੈਟਜੀ ਬਣੇਗੀ ਉਸ ਦਿਨ ਵੀ ਕਹਿ ਦਿੱਤਾ ਗਿਆ ਕਿ ਜਦੋਂ ਮਤਲਬ ਇਸ ਦੇ ਉੱਤੇ ਡਿਸੀਜਨ ਲਿਆ ਜਾਊਗਾ ਉਹ ਸਾਰਾ ਚੀਜ਼ ਤੁਹਾਨੂੰ ਦੱਸ ਦਿੱਤਾ ਜਾਊਗਾ ਅੱਛਾ ਬੇਅਦਬੀ ਮਾਮਲਿਆਂ ਦੀ ਗੱਲ ਕਰਦੇ ਹਾਂ ਬੇਅਦਬੀ ਮਾਮਲਿਆਂ ਦੇ ਵਿੱਚ ਬੇਸ਼ੱਕ ਰਿਪੋਰਟ ਖਾਰਜ ਹੋਈ ਦੁਬਾਰਾ ਫਿਰ ਐਸਆਈਟੀ ਜਾਂਚ ਕਰ ਰਹੀ ਹੈ ਆਪਾਂ ਪਹਿਲਾਂ ਵੀ ਇੰਟਰਵਿਊ ਕੀਤਾ ਤੁਸੀਂ ਦਾਅਵਾ ਕਰਦੇ ਹੋ ਵੀ ਇਨਸਾਫ ਮਿਲਣ ਦੀ ਉਮੀਦ ਹੈ ਲੋਕਾਂ ਨੂੰ ਹੁਣ ਸਰਕਾਰ ਆਮ ਆਦਮੀ ਪਾਰਟੀ ਦੀ ਆਊਗੀ ਤੁਸੀਂ ਕਹਿੰਦੇ ਹੋ ਵੀ ਆਪਾਂ ਬਣਾਵਾਂਗੇ ਬੀਜੇਪੀ ਵਾਲੇ ਕਹਿੰਦੇ ਆਪਾਂ ਸਰਕਾਰ ਬਣਾਵਾਂਗੇ ਕਾਂਗਰਸ ਕਹਿੰਦੀ ਆਪਾਂ ਸਰਕਾਰ ਬਣਾਵਾਂਗੇ ਮੁੱਦਾ ਇੱਕ ਹੀ ਚੱਲ ਰਿਹਾ ਵੀ ਬੇਅਦਬੀ ਮਾਮਲਾ ਦਾ ਇਨਸਾਫ ਦੇਵਾਂਗੇ ਤੁਸੀਂ ਇੰਨੀ ਲੰਬੀ ਜਾਂਚ ਕੀਤੀ ਇਨਸਾਫ ਫਿਰ ਨਹੀਂ ਮਿਲਿਆ ਉਮੀਦ ਹੈ ਇਨਸਾਫ ਦੀ ਇਹ ਵੀ ਕੇਸ ਦੇਖੋ ਸੈਂਟੀਮੈਂਟਲ ਐਕਸਪਲੋਇਟੇਸ਼ਨ ਦਾ ਸ਼ਿਕਾਰ ਹੋ ਗਿਆ ਠੀਕ ਹੈ ਜਦੋਂ ਜਾਂਚ ਚਲੀ 2015 ਦਾ ਇਨਸੀਡੈਂਟ ਹੈ ਇਹ ਦੇਖੋ ਅਕਤੂਬਰ 2015 ਦੇ ਵਿੱਚ ਇਹ ਇਨਸੀਡੈਂਟ ਹੋਇਆ ਸੀ ਉਸ ਤੋਂ ਬਾਅਦ ਤੁਸੀਂ ਦੇਖੋ ਇੱਕ ਐਸਆਈਟੀ ਬਣੀ ਫਿਰ ਇੱਕ ਜੋਰਾ ਸਿੰਘ ਕਮਿਸ਼ਨ ਬਣਿਆ ਫਿਰ ਐਸਆਈਟੀ ਫਿਰ ਜਸਟਿਸ ਰਣਜੀਤ ਸਿੰਘ ਕਮਿਸ਼ਨ ਤੇ ਕਮਿਸ਼ਨ ਬਣਤੇ ਗਏ ਫਿਰ ਉਸ ਤੋਂ ਬਾਅਦ ਤੁਸੀਂ ਦੇਖੋਗੇ ਇਹ ਸਾਡੀ ਐਸਆਈਟੀ ਬਣੀ ਜਦੋਂ ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ ਆਈ ਉਸ ਰਿਪੋਰਟ ਦੇ ਰਿਕਮੈਂਡੇਸ਼ਨ ਦੇ ਆਧਾਰ ਤੇ ਸਾਡੀ ਵਾਲੀ ਐਸਆਈਟੀ 2018 ਅਕਤੂਬਰ ਦੇ ਵਿੱਚ ਬਣੀ ਸੀ ਤਾਂ ਅਸੀਂ 2-2.5 ਸਾਲ ਤਫਤੀਸ਼ ਕੀਤੀ ਲੇਕਿਨ ਤੁਸੀਂ ਇਹ ਦੇਖੋਗੇ ਕਿ ਪਹਿਲਾ ਚਲਾਨ ਅਸੀਂ 6 ਮਹੀਨੇ ਬਾਅਦ ਹੀ ਦੇ ਦਿੱਤਾ ਸੀ ਫਿਰ ਹੌਲੀ ਸਪਲੀਮੈਂਟਰੀ ਚਲਾਨ ਦਿੰਦੇ ਗਏ ਜਦੋਂ ਹਿਸਾਬ ਦੇਣ ਦੀ ਵਾਰੀ ਆਈ ਕਿਉਂਕਿ ਚਲਾਨ ਜੋ ਅਸੀਂ ਦਿੱਤੇ ਸੀ ਕਿੱਥੇ ਫਰੀਦਕੋਟ ਦੀ ਅਦਾਲਤ ਦੇ ਵਿੱਚ ਤੁਹਾਡੇ ਨਾਲ ਪਹਿਲਾਂ ਵੀ ਡਿਸਕਸ਼ਨ ਹੋਇਆ ਸੀ ਫੈਸਲਾ ਆ ਗਿਆ ਚੰਡੀਗੜ੍ਹੋਂ ਠੀਕ ਹੈ ਤਾਂ ਇਹ ਅਨਕਨਸਟੀਟਿਊਸ਼ਨਲ ਮਤਲਬ ਇੱਕ ਤਰੀਕੇ ਦੇ ਨਾਲ ਇਹ ਸਾਰਾ ਕੁਝ ਹੋਇਆ ਕੀ ਹੋਇਆ ਕਿਸ ਤਰੀਕੇ ਦੇ ਨਾਲ ਹੋਇਆ ਉਹ ਅਸੀਂ ਇਹ ਨਹੀਂ ਕਰ ਸਕਦੇ ਲੇਕਿਨ ਮੈਂ ਬੇਨਤੀ ਕੀਤੀ ਸੀ ਕਿ ਸਰਕਾਰ ਵੱਲੋਂ ਅਪੀਲ ਕੀਤੀ ਜਾਵੇ ਸਰਕਾਰ ਨੇ ਅਪੀਲ ਨਹੀਂ ਕੀਤੀ ਲੇਕਿਨ ਮੈਂ ਆਪਣੇ ਵੱਲੋਂ ਅਪੀਲ ਕਰ ਦਿੱਤੀ ਹੈ ਮੈਂ ਅੱਜ ਤੁਹਾਨੂੰ ਡਿਸਕਲੋਜ਼ ਕਰ ਰਿਹਾ ਹਾਂ ਕਿ ਹਾਂ ਮੇਰੇ ਵੱਲੋਂ ਅਪੀਲ ਕਰ ਦਿੱਤੀ ਗਈ ਹੈ ਮੈਂ ਤੁਹਾਡੀ ਰਿਪੋਰਟ ਦੇ ਉੱਤੇ ਜਿਹੜੀ ਮੈਂ ਹੈਜੀਟੇਟ ਇਸ ਕਰਕੇ ਕੀਤਾ ਸੀ ਕਿ ਜਦੋਂ ਮੈਂ ਅਪੀਲ ਕਰਾਂਗਾ ਤਾਂ ਉਹਦੇ ਵਿੱਚ ਸਰਕਾਰ ਤੇ ਦੋਸ਼ੀ ਇੱਕ ਥਾਂ ਤੇ ਖੜੇ ਹੋਣਗੇ ਜੀ ਠੀਕ ਹੈ ਸਾਰੇ ਰਿਸਪੋਂਡੈਂਟ ਹੋਣਗੇ ਲੇਕਿਨ ਮੈਂ ਬਹੁਤ ਇੰਤਜ਼ਾਰ ਕੀਤਾ ਇੰਤਜ਼ਾਰ ਕਰਨ ਤੋਂ ਬਾਅਦ ਵੀ ਜੇਕਰ ਇਹਨਾਂ ਨੇ ਅਪੀਲ ਨਹੀਂ ਕੀਤੀ ਵਾਅਦਾ ਵੀ ਕੀਤਾ ਗਿਆ ਸੀ ਪ੍ਰੈਸ ਨੋਟ ਵੀ ਦਿੱਤਾ ਗਿਆ ਸੀ ਲੇਕਿਨ ਅਪੀਲ ਹੁਣ ਫਿਰ ਦੁਬਾਰਾ ਜਦੋਂ ਮੈਂ ਅਪੀਲ ਕਰ ਦਿੱਤੀ ਹੈ ਫਿਰ ਇਹ ਕਹਿ ਰਹੇ ਨੇ ਕਿ ਇਹ ਅਪੀਲ ਕਰਨਗੇ ਲੇਕਿਨ ਮੇਰੇ ਵੱਲੋਂ ਨਿੱਜੀ ਤੌਰ ਤੇ ਅਪੀਲ ਹੋ ਚੁੱਕੀ ਹੈ ਹੌਲੀ ਤੁਹਾਨੂੰ ਪਤਾ ਲੱਗ ਜਾਏਗਾ ਅੱਛਾ ਇਹਦੇ ਵਿੱਚ ਤੁਸੀਂ ਆਪਣੇ ਪੱਧਰ ਦੇ ਉੱਤੇ ਹੁਣ ਇਸ ਕੇਸ ਨੂੰ ਲੜੋਗੇ ਵੀ ਅਪੀਲ ਕਰ ਦਿੱਤੀ ਅੱਗੇ ਤੱਕ ਲੈ ਕੇ ਵੀ ਜਾਓਗੇ ਦੇਖੋ ਜੀ ਸਿਰੇ ਤੱਕ ਲੈ ਕੇ ਜਾਵਾਂਗੇ
ਜੋ ਦੋਸ਼ੀ ਹੈ ਨਾ ਜੀ ਉਹ ਦੋਸ਼ੀ ਹੈ ਤੇ ਹਮੇਸ਼ਾ ਦੋਸ਼ੀ ਰਹੇਗਾ। ਉਹਨੂੰ ਬਚਾਉਣ ਦੀ ਜਿੰਨੀ ਵੀ ਤੁਸੀਂ ਕੋਸ਼ਿਸ਼ ਕਰ ਲਓ ਉਹ ਬੰਦਾ ਬਚ ਨਹੀਂ ਸਕਦਾ ਹੈ। ਠੀਕ ਹੈ ਨਾ, ਦੋਸ਼ੀ ਬਚ ਸਕਦਾ ਹੀ ਨਹੀਂ ਹੈ। ਅਦਾਲਤਾਂ ਤਿੰਨ ਹੁੰਦੀਆਂ ਨੇ, ਇੱਕ ਕਾਨੂੰਨੀ ਅਦਾਲਤ ਤੋਂ ਵੀ ਇਹਨਾਂ ਨੂੰ ਸਜ਼ਾ ਮਿਲਣੀ ਹੈ, ਜਨਤਾ ਦੀ ਅਦਾਲਤ ਤੋਂ ਵੀ ਸਜ਼ਾ ਮਿਲਣੀ ਹੈ ਤੇ ਪਰਮਾਤਮਾ ਦੀ ਅਦਾਲਤ ਤੋਂ ਵੀ ਇਹਨਾਂ ਨੂੰ ਸਜ਼ਾ ਮਿਲਣੀ ਹੈ। ਕਿਉਂਕਿ ਗੁਰੂ ਗ੍ਰੰਥ ਸਾਹਿਬ ਜੀ ਦੇ ਜੋ ਦੋਸ਼ੀ ਨੇ ਉਹ ਦੋਸ਼ੀ ਹਮੇਸ਼ਾ ਦੋਸ਼ੀ ਹੀ ਰਹਿਣਗੇ। ਉਹ ਭਾਵੇਂ ਦੂਸਰਿਆਂ ਤੇ ਪੋਲੀਟੀਕਲ ਐਲੀਗੇਸ਼ਨ ਲਗਾਉਂਦੇ ਨੇ, ਉਹ ਇਲਜ਼ਾਮ ਕੁਝ ਵੀ ਲਗਾ ਸਕਦੇ ਨੇ ਕਿਸੇ ਦੇ ਉੱਤੇ, ਲੇਕਿਨ ਜੋ ਦੋਸ਼ੀ ਦਿਲ ਹੈ ਨਾ, ਦੋਸ਼ੀ ਹਿਰਦਾ ਹੈ, ਉਹ ਹਮੇਸ਼ਾ ਦੋਸ਼ੀ ਹੀ ਰਹੇਗਾ। ਠੀਕ ਹੈ, तो उसनू सज़ा मिलनी है तो कुदरत का नियम है कि सज़ा मिलनी है और सज़ा मिल भी रही है, तुसी देख भी रहे हो। तो आने वाला समा भी ਉਹਦੇ ਵਿੱਚ ਤੁਹਾਨੂੰ दस देगा कि किस तरीके ਦੇ ਨਾਲ ਕੀ हो रहा है। लेकिन जो मेरा रोल है मैं बखूबी निभाऊँगा। ਉਸੇ ਦੇ ਤਹਿਤ मैं बहुत इंतजार ਕਰਨ ਤੋਂ ਬਾਅਦ ਜਦੋਂ ਸਰਕਾਰ ਨੇ ਅਪੀਲ ਨਹੀਂ ਕੀਤੀ ਤਾਂ ਮੈਂ ਆਪਣੇ ਵੱਲੋਂ ਅਪੀਲ ਕਰ ਦਿੱਤੀ। ਅਪੀਲ ਤੁਸੀਂ ਹੁਣ ਸੁਪਰੀਮ ਕੋਰਟ ਦੇ ਵਿੱਚ ਕੀਤੀ ਹੈ ਜਾਂ ਦੁਆਰਾ? ਮੈਂ ਹਾਈ ਕੋਰਟ ਦੇ ਵਿੱਚ ਜੋ ਡਿਵੀਜ਼ਨ ਬੈਂਚ ਹੁੰਦਾ ਹੈ ਨਾ, ਡਬਲ ਬੈਂਚ ਤੁਸੀਂ ਕਹਿ ਸਕਦੇ ਹੋ, ਉਹ ਉੱਥੇ ਮੈਂ ਅਪੀਲ ਕੀਤੀ ਹੈ। ਕੁੰਵਰ ਜੀ, ਤੁਸੀਂ ਬੜੀ ਬਰੀਕੀ ਦੇ ਨਾਲ ਜਾਂਚ ਕੀਤੀ, ਬਹੁਤ ਸਾਰੇ ਗਵਾਹਾਂ ਨੂੰ ਵੀ ਮਿਲੇ। ਦੋਸ਼ੀ ਤੁਸੀਂ ਅਸਲ ਦੇ ਵਿੱਚ ਤੁਸੀਂ ਕਿਹਨੂੰ ਮੰਨਦੇ ਹੋ? ਉਸ ਸਮੇਂ ਤੁਸੀਂ ਸਰਕਾਰ ਦੀ ਵੀ ਗੱਲ ਕਰਦੇ ਹੋ, ਸਰਕਾਰ ਦੇ ਵਿੱਚ ਜਿਹੜੇ ਅਹੁਦੇਦਾਰ ਸੀਗੇ ਉਹਨਾਂ ਦੀ ਵੀ ਗੱਲ ਕਰਦੇ ਹੋ। ਦੂਸਰੇ ਪਾਸੇ ਐਸਡੀਐਮ ਦੇ ਉੱਤੇ ਵੀ ਇੱਕ ਆਉਂਦਾ ਹੈ, ਉਸ ਨੂੰ ਥੋੜ੍ਹਾ ਸਾਈਡ ਲਾਈਨ ਕਰ ਦਿੱਤਾ ਜਾਂਦਾ ਹੈ। ਉਹਦੇ ਉੱਤੇ ਸਵਾਲ ਉੱਠਦਾ ਹੈ, ਕਹਿੰਦੇ ਵੀ ਲਿਖਤੀ ਰੂਪ ਦੇ ਵਿੱਚ ਆਰਡਰ ਦਿੱਤੇ ਸੀਗੇ ਐਸਡੀਐਮ ਦੇ ਵੱਲੋਂ। ਸਮਝ ਗਿਆ ਜੀ। ਤੁਸੀਂ ਇਹ ਦੱਸੋ ਕਿ ਐਸਡੀਐਮ ਨੂੰ ਕਿਸ ਨੇ ਬੁਲਾਇਆ ਸੀ? ਐਸਡੀਐਮ ਕਿਸ ਤਰ੍ਹਾਂ ਆਇਆ ਸੀ? ਐਸਡੀਐਮ ਦਾ ਕੀ ਰੋਲ ਹੈ ਉਹਦੇ ਵਿੱਚ? ਐਸਡੀਐਮ ਨੂੰ ਗੋਲੀ ਚਲਾਉਣ ਦੇ ਨਾਲ ਕੀ ਫਾਇਦਾ ਹੋਣਾ ਸੀ? ਕੀ ਐਸਡੀਐਮ ਨੇ ਲੁਧਿਆਣਾ ਦੇ ਪੁਲਿਸ ਕਮਿਸ਼ਨਰ ਨੂੰ ਬੁਲਾਇਆ ਸੀ ਕੋਟਕਪੂਰਾ ਦੇ ਵਿੱਚ? ਉਹਦੀ ਔਕਾਤ ਹੈ ਐਸਡੀਐਮ ਦੀ ਕਿ ਲੁਧਿਆਣਾ ਦੇ ਪੁਲਿਸ ਕਮਿਸ਼ਨਰ ਨੂੰ ਕਹੇ ਕਿ ਚਲੋ ਆ ਜਾ ਤੂੰ ਇੱਥੇ? ਲਿਖਤੀ ਤੌਰ 'ਤੇ ਜਾਂ ਜ਼ਬਾਨੀ ਤੌਰ 'ਤੇ ਲੁਧਿਆਣਾ ਦੇ ਪੁਲਿਸ ਕਮਿਸ਼ਨਰ ਨੂੰ ਭੇਜਣ ਦਾ ਫੈਸਲਾ ਵੱਡੇ ਲੈਵਲ 'ਤੇ ਹੋਇਆ ਸੀ। ਵੱਡੇ ਲੈਵਲ ਦਾ ਮਤਲਬ ਡੀਜੀਪੀ, ਡਿਪਟੀ ਸੀਐਮ ਤੇ ਸੀਐਮ ਦਾ ਲੈਵਲ ਹੋ ਸਕਦਾ ਹੈ। ਐਫਡੀਐਮ ਦੀ ਔਕਾਤ ਨਹੀਂ ਹੈ ਕਿ ਲੁਧਿਆਣਾ ਪੁਲਿਸ ਕਮਿਸ਼ਨਰ ਨੂੰ ਸੱਦ ਲਵੇ। फायरिंग तो पहला रातों रात लुधियाने तो तकरीबन 182 की तो ऐसी लिस्ट दी हुई है। ठीक है, ये फोर्स जो बुलाई गई, SHO, DSP, SP तो सिपाही हौलदार सारे बुलाए गए रातों रात कि वो फैसला वो ऑर्डर SDM का सीगा नहीं सीगा, ना ही SDM की वो औकात है। तो जो साजिश चंडीगढ़ के रची गई सी, वो साजिश के तहत लुधियाना के पुलिस कमिश्नर को भेजा गया, लुधियाने तो फोर्स भेजी गई, मोगा के SSP ਨੂੰ ਉੱਥੇ ਭੇਜਿਆ ਗਿਆ। ਉਹਦੇ ਵਿੱਚ ਐਸਡੀਐਮ ਦਾ ਕੋਈ ਰੋਲ ਨਹੀਂ ਸੀਗਾ। ਪਰ ਲਿਖਤੀ ਆਰਡਰ ਦੇਣਾ ਵੀ ਜਿਵੇਂ ਤੁਸੀਂ ਹੁਣ ਤੁਹਾਡੀ ਜੇ ਰਿਪੋਰਟ ਕੈਸ਼ ਹੋਈ ਹੈ ਤਾਂ ਤੁਸੀਂ ਕੁਇਟ ਕਰ ਦਿੱਤਾ, ਜੌਬ ਤੋਂ ਕੁਇਟ ਕਰ ਦਿੱਤਾ, ਤੁਸੀਂ ਛੱਡ ਹੀ ਦਿੱਤੀ। ਤੁਹਾਡਾ ਅੰਦਰੋਂ ਇੱਕ ਜ਼ਮੀਰ ਨੇ ਆਵਾਜ਼ ਦਿੱਤੀ ਵੀ ਮੈਂ ਇਹ ਜੌਬ ਕਰਨੀ ਨਹੀਂ। ਪਰ ਜਦੋਂ ਹੁਣ ਐਸਡੀਐਮ ਸੀਗੇ ਉਹਨਾਂ ਨੂੰ ਵੀ ਜੇ ਮੰਨ ਲਓ ਇਦਾਂ ਦੇ ਆਰਡਰ ਆਏ ਵੀ ਤਾਂ ਲਿਖਤੀ ਤਾਂ ਦੇ ਰਹੇ, ਲਿਖਤੀ ਬੰਦਾ ਜ਼ਿੰਮੇਵਾਰ ਹੁੰਦਾ ਕਿ ਨਹੀਂ ਹੁੰਦਾ? ਇਸ ਤਰੀਕੇ ਦੇ ਨਾਲ ਨਹੀਂ ਹੁੰਦਾ ਹੈ, ਇਸ ਤਰੀਕੇ ਦੇ ਨਾਲ ਨਹੀਂ ਹੁੰਦਾ ਹੈ। ਜਦੋਂ SHO ਕੋਈ ਵੀ ਕਾਰਵਾਈ ਫੋਰਸ ਯੂਜ਼ ਕਰਦਾ ਹੈ, ਦੇਖੋ एक तो बहबल कला केस ਦੇ ਵਿੱਚ ਕੋਈ ਐਸਡੀਐਮ ਦਾ ਆਰਡਰ ਨਹੀਂ ਲਿਆ ਗਿਆ। ਬਹਬਲ ਕਲਾ ਦੇ ਵਿੱਚ ਕੋਟਕਪੂਰਾ ਦੇ ਵਿੱਚ ਐਸਡੀਐਮ ਦਾ ਆਰਡਰ ਜ਼ਰੂਰ ਲਿਆ ਗਿਆ, ਲੇਕਿਨ ਫੋਰਸ ਬੁਲਾਉਣਾ, ਲੁਧਿਆਣਾ ਦੇ ਪੁਲਿਸ ਕਮਿਸ਼ਨਰ ਨੂੰ ਬੁਲਾਉਣਾ, ਲੁਧਿਆਣੇ ਦੀ ਫੋਰਸ ਬੁਲਾਉਣਾ, ਇਹ ਇੱਕ ਸਾਜ਼ਿਸ਼ ਸੀਗੀ, ਬਹੁਤ ਵੱਡੇ ਲੈਵਲ ਦੀ ਸਾਜ਼ਿਸ਼ ਸੀਗੀ। ਉਸ ਦਾ ਹਿੱਸਾ ਐਸਡੀਐਮ ਨਹੀਂ ਸੀਗਾ। SDM ਕੋਲੋਂ ਜਦੋਂ ਲਿਖਵਾਇਆ ਵੀ ਗਿਆ ਨਾ, ਤੁਸੀਂ ਦੇਖੋਗੇ ਕਿ SDM ਦੇ ਦਫ਼ਤਰ ਦੇ ਵਿੱਚ ਵੱਡੇ ਅਫਸਰ ਬੈਠੇ ਸੀਗੇ। ਉਹ ਜਦੋਂ ਲਿਖ ਵੀ ਰਿਹਾ ਹੈ ਨਾ, ਤੁਹਾਡੇ ਅਖਬਾਰ ਦੇ ਵਿੱਚ ਵੀ ਹੈ, ਫੋਟੋ ਹੈ ਉਹਦਾ, ਕਿ ਆਪਣੇ ਦਫ਼ਤਰ ਦੇ ਸਾਹਮਣੇ ਪੇੜ ਦੀ ਛਾਂ ਦੇ ਵਿੱਚ ਬਹਿ ਕੇ ਆਪਣਾ ਲਿਖ ਰਿਹਾ ਹੈ। ਠੀਕ ਹੈ, ਕਈ ਵਾਰੀ ਤੁਸੀਂ ਜੋ ਰਿਪੋਰਟਿੰਗ ਕਰਦੇ ਹੋ ਸਾਡੇ ਕੰਮ ਵੀ ਆ ਜਾਂਦਾ ਹੈ। ਉਹਦੇ ਵਿੱਚ ਉਹਨੇ ਕਲੀਅਰ ਲਿਖਿਆ ਸੀ ਕਿ ਗੋਲੀ ਹਵਾ ਦੇ ਵਿੱਚ ਚਲਾਈ ਜਾਵੇ, ਇਸ ਚੀਜ਼ ਦਾ ਧਿਆਨ ਰੱਖਿਆ ਜਾਵੇ ਕਿ ਕਿਸੇ ਨੂੰ ਹਿੱਟ ਨਾ ਹੋਵੇ। ਠੀਕ ਹੈ, ਇੱਕ ਤਾਂ ਸਿੱਧੇ ਤੌਰ 'ਤੇ ਗੋਲੀ ਨਹੀਂ ਚਲਾਉਣੀ ਹੈ, ਦੂਸਰਾ ਕਿਸੇ ਨੂੰ ਹਿੱਟ ਨਹੀਂ ਹੋਣੀ ਚਾਹੀਦੀ ਹੈ। ਇਹ ਕਲੀਅਰ ਕੱਟ ਉਹਦੇ ਵਿੱਚ ਸੀਗਾ। ਇੱਥੇ ਕੀ ਕੀਤਾ ਗਿਆ, ਬਹੁਤ ਸਾਰੇ ਲੋਕਾਂ ਨੂੰ ਹਿੱਟ ਕੀਤਾ ਗਿਆ, ਡਾਇਰੈਕਟ ਹਿੱਟ ਕੀਤਾ ਗਿਆ ਹੈ। ਤੇ ਐਸਡੀਐਮ ਦਾ ਕਲੀਅਰ ਕੱਟ ਹੈ, ਉਹਨੇ ਆਪਣਾ ਬਿਆਨ ਦਿੱਤਾ ਹੈ। ਉਹਦਾ ਲਿਖਤੀ ਤੌਰ 'ਤੇ ਜੋ ਆਰਡਰ ਹੈ ਨਾ, ਆਰਡਰ ਕੀ ਹੁੰਦਾ ਹੈ, ਉਹ ਆਪਣੇ ਵੱਲੋਂ ਕੋਈ ਆਰਡਰ ਟਾਈਪ ਨਹੀਂ ਕਰਦਾ ਹੈ। ਜੋ DSP ਇੱਕ ਐਪਲੀਕੇਸ਼ਨ ਲਿਖਦਾ ਹੈ, ਉਸ ਐਪਲੀਕੇਸ਼ਨ ਦੇ ਉੱਤੇ ਉਹ ਆਪਣਾ ਆਰਡਰ ਕਰ ਦਿੰਦਾ ਹੈ ਕਿ ਠੀਕ ਹੈ ਕਿ ਤੁਸੀਂ ਗੋਲੀ ਚਲਾਓ, ਲੇਕਿਨ ਇਹ ਗੋਲੀ ਹਵਾ ਦੇ ਵਿੱਚ ਚਲਾਓ ਤੇ ਕਿਸੇ ਨੂੰ ਹਿੱਟ ਨਹੀਂ ਹੋਣਾ ਚਾਹੀਦਾ ਹੈ। ਤੁਹਾਡਾ ਮਕਸਦ ਹੈ ਕਰਾਊਡ ਨੂੰ ਤਿੱਤਰ ਬਿੱਤਰ ਕਰਨਾ, ਕਰਾਊਡ ਨੂੰ ਮਤਲਬ ਇੱਥੋਂ ਭਜਾ ਦੇਣਾ, ਲੇਕਿਨ ਕਿਸੇ ਨੂੰ ਹਿੱਟ ਨਹੀਂ ਹੋਣਾ ਚਾਹੀਦਾ। ਇੱਥੇ ਤਾਂ ਡਾਇਰੈਕਟ ਹਿੱਟ ਕੀਤਾ ਗਿਆ ਤੇ ਨਾ ਉਹਨਾਂ ਦਾ MLR ਕਰਾਇਆ ਗਿਆ, ਨਾ ਉਹਨਾਂ ਨੂੰ ਕੋਈ ਡਾਕਟਰੀ ਸਹਾਇਤਾ ਦਿੱਤੀ ਗਈ। ਇਹ ਸਾਰਾ ਕੁਝ ਇੱਕ ਸਾਜ਼ਿਸ਼ ਦੇ ਤਹਿਤ ਹੋ ਗਿਆ ਤੇ ਜਿਸ ਨੂੰ ਜਿੱਥੇ ਜਿੱਥੇ ਮਤਲਬ ਮੌਕਾ ਮਿਲਿਆ, ਕੋਈ ਮਤਲਬ RMP ਡਾਕਟਰਾਂ ਕੋਲੋਂ ਵੀ
ਮਤਲਬ ਜਿਸ ਨੂੰ ਗੋਲੀ ਲੱਗੀ ਹੋਵੇ ਆਰ ਪਰ ਗੋਲੀ ਲੱਗੀ ਹੋਵੇ ਤੇ ਉਹ ਆਰਐਮਪੀ ਡਾਕਟਰਾਂ ਦੇ ਕੋਲ ਜਾ ਕੇ ਆਪਣਾ ਇਲਾਜ ਕਰਾ ਰਿਹਾ ਹੋਵੇ, ਕੋਈ ਸਰਕਾਰੀ ਹਸਪੀਟਲ ਦੇ ਵਿੱਚ ਜਾ ਰਿਹਾ ਹੈ ਤੇ ਡੀਐਸਪੀ ਉੱਥੇ ਜਾ ਕੇ ਉਹਨੂੰ ਪਜਾ ਦੇ ਰਿਹਾ ਹੈ ਕਿ ਵੱਡਿਆਂ ਦਾ ਹੁਕਮ ਹੈ ਜੀ, ਐਸਡੀਐਮ ਦਾ ਹੁਕਮ ਨਹੀਂ ਸੀਗਾ, ਠੀਕ ਹੈ ਨਾ ਜੀ, ਵੱਡਿਆਂ ਦਾ ਹੁਕਮ ਤੁਸੀਂ ਸੋਚ ਸਕਦੇ ਹੋ। ਤੇ ਇਹ ਸਾਰਾ ਕੁਝ ਉਹ ਫਾਈਲ ਦੇ ਉੱਤੇ ਹੈ। ਜਿਸ ਦਿਨ ਗਵਾਹਾਂ ਦਾ ਬਿਆਨ ਹੋਗਾ ਫਿਰ ਜਾ ਕੇ ਪਰਦਾ ਉੱਠ ਜਾਏਗਾ, ਕਿਉਂਕਿ ਗਵਾਹਾਂ ਦਾ ਬਿਆਨ ਤਾਂ ਨਹੀਂ ਹੋਇਆ ਹੈ ਨਾ, ਰਿਪੋर्ट क्वेश हुई है बगैर गवाहां दा बयान ले हुए, ठीक है, बगैर एविडेंस चेक किए हुए, ठीक है कि नहीं, रिपोर्ट क्वेश हुई है ना जी, गवाहां दा बयान तो नहीं क्वेश होया है। तो जिस दिन गवाहां दा बयान होगा तो बयान भी देखो साड़ी रिपोर्ट के आधार पर ही होना है, इंसाफ भी मिलेगा। तो पर्दा उठ चुका है, तुहानू पता है जो व्यक्ति या जो एक दोषी परिवार है जो उस दिन तो बहुत खुशी मना रहे सीगे, हुण भी कई लोग मना रहे हैं, ठीक है कि नहीं, दोषी वही ने, बेसिकली दोषी वही ने जो खुशी मना रहे हैं, तो उन्होंने बरी नहीं किया गया है। अपील साड़ी हो गई है, तुसी देख लेना, तो उस रिपोर्ट के आधार पर सुनवाई होनी है, सुनवाई भी होनी है फरीदकोट की सैशन अदालत के विच, होर किसी थां ते नहीं होनी है। तो तुसी देख लो, आगे आगे देखिए होता है क्या। ਅੱਛਾ ਕੁੰਵਰ ਜੀ, ਪੂਰੇ ਪੰਜਾਬ ਦੇ ਵਿੱਚ ਤੁਹਾਡੇ ਬੋਰਡ ਲੱਗੇ ਨੇ। ਆਮ ਆਦਮੀ ਪਾਰਟੀ ਦਾ ਇੱਕ ਜਿਹੜਾ ਮੈਂ ਕਹਿ ਸਕਦਾ ਵੀ ਜਿਵੇਂ ਇੱਕ ਕਾਂਗਰਸ ਦੇ ਵਿੱਚ ਨਵਜੋਤ ਸਿੰਘ ਸਿੱਧੂ ਸੈਲੀਬ੍ਰਿਟੀ ਫੇਸ ਸੀਗੇ, ਤਾਂ ਦੂਸਰੇ ਪਾਸੇ ਆਮ ਆਦਮੀ ਪਾਰਟੀ ਦੇ ਵਿੱਚ ਤੁਹਾਡਾ ਫੇਸ ਬਹੁਤ ਜ਼ਿਆਦਾ ਚਮਕ ਰਿਹਾ ਹੈ। ਕਿਵੇਂ ਦੇਖਦੇ ਇਸ ਚੀਜ਼ ਨੂੰ? ਪੂਰੇ ਪੰਜਾਬ ਦੇ ਫੇਰੀ ਲਾਉਣੀ ਹੈ ਜਾਂ ਕਿਸ ਹਲਕੇ ਤੋਂ ਚੋਣ ਲੜਨ ਦਾ ਪਲਾਨ ਹੈ ਤੁਹਾਡਾ? ਮਨ ਕੀ ਕਹਿੰਦਾ ਹੈ? ਤੁਹਾਡੀ ਖੁਸ਼ੀ ਵੇਖ ਕੇ ਮੈਨੂੰ ਵੀ ਖੁਸ਼ੀ ਹੋ ਰਹੀ ਹੈ, ਤੁਸੀਂ ਵੀ ਖੁਸ਼ ਹੋ। ਕੁਐਸਚਨ ਪੁੱਛਦੇ ਹੋਏ ਤੁਹਾਡੇ ਚਿਹਰੇ ਤੇ ਖੁਸ਼ੀ ਝਲਕ ਰਹੀ ਹੈ, ठीक है। बोर्ड लगाए गए ने, होर्डिंग्स लगाए गए ने, वो तो देखो पॉलिटिक्स दे विच पॉलिटिक्स का एक हिस्सा हुंदा है। चोण कित्थों लड़ना है ये सब पार्टी डिसाइड करती है, लेकिन मेरे वालों देखो मैं कित्थों इलैक्शन लड़ना है ये अमृतसर की जनता डिसाइड करेगी, ये अधिकार उन्हां दा ही है। अमृतसर की जनता के कहण ते ही मैं राजनीति दे विच आया, अमृतसर की जनता की राय अनुसार ही मैं आम आदमी पार्टी ज्वाइन की। तो मैनू चोण कित्थों लड़ना है ये अमृतसर की जनता डिसाइड करूगी। ਅੱਛਾ, ਆਖਰੀ ਇੱਕ ਸਵਾਲ, ਮੈਂ ਦੋ ਸਵਾਲ ਲਊਂਗਾ। ਉਹ ਤੋਂ ਪਹਿਲਾਂ ਇੱਕ ਸਵਾਲ ਹੈ, ਬੜੇ ਸੌਖੇ ਜਿਹੇ ਸ਼ਬਦਾਂ ਦੇ ਵਿੱਚ ਇਹ ਜਵਾਬ ਦਿਓ। ਕਦੇ ਸੋਚਿਆ ਸੀਗਾ? ਨਹੀਂ, ਕਦੇ ਸੋਚਿਆ ਸੀਗਾ? ਨਹੀਂ, ਤੁਸੀਂ ਮੈਨੂੰ ਸਮਾਂ ਦਿੱਤਾ ਬਹੁਤ ਦਿਨਾਂ ਬਾਅਦ, ਮੈਂ ਤਾਂ ਖੁਸ਼ ਹਾਂ ਇਸ ਕਰਕੇ ਵੀ ਤੁਹਾਡਾ ਕੀਮਤੀ ਸਮਾਂ ਮਿਲਿਆ। ਕਦੇ ਸੋਚਿਆ ਸੀਗਾ ਪੋਲਿਟਿਕਸ ਦੇ ਵਿੱਚ ਆਉਂਗੇ? ਦੇਖੋ ਇਹ ਸਵਾਲ ਤਾਂ ਆ ਕਿਉਂਕਿ ਕਹਿੰਦੇ ਸੈਟਿੰਗ ਹੋ ਗਈ ਸੀ ਕੇਜਰੀਵਾਲ ਹੋਰਾਂ ਦੇ ਨਾਲ ਤੁਹਾਡੀ ਪਹਿਲਾਂ। ਅੱਛਾ, ਤਾਂ ਆਨਸਰ ਵੀ ਤੁਸੀਂ ਦੇ ਦਿੱਤਾ। ਦੇਖੋ ਪੋਲਿਟਿਕਸ ਜੋ ਹੁੰਦੀ ਹੈ ਨਾ, ਬੱਚਾ ਜਿਸ ਦਿਨ ਜਨਮ ਲੈਂਦਾ ਹੈ ਨਾ, ਉਸੇ ਦਿਨ ਤੋਂ ਉਹ ਜਾਂ ਤਾਂ ਪੋਲਿਟਿਕਸ ਦਾ ਸ਼ਿਕਾਰ ਹੁੰਦਾ ਹੈ ਜਾਂ ਕਿਸੇ ਨਾ ਕਿਸੇ ਰੂਪ ਦੇ ਵਿੱਚ ਉਹ ਪੋਲਿਟਿਕਸ ਦੇ ਵਿੱਚ ਰਹਿੰਦਾ ਹੈ। ਬਗੈਰ ਪੋਲਿਟਿਕਸ ਤੋਂ ਕੋਈ ਚੀਜ਼ ਹੈ ਹੀ ਨਹੀਂ, ਠੀਕ ਹੈ ਕਿ ਨਹੀਂ। ਕੋਈ ਵੀ ਚੀਜ਼ ਤੁਸੀਂ ਦੇਖੋਗੇ ਨਾ ਕਿ ਲੋਕੀ ਕਹਿ ਦਿੰਦੇ ਨੇ ਕਿ ਅਸੀਂ ਤਾਂ ਨੌਨ ਪੋਲੀਟੀਕਲ ਹਾਂ ਜੀ, ਸਾਡਾ ਪੋਲਿਟਿਕਸ ਦੇ ਨਾਲ ਕੋਈ ਲੈਣਾ ਦੇਣਾ ਨਹੀਂ ਹੈ, ਲੇਕਿਨ ਇੱਥੇ ਤਾਂ ਸਿਸਟਮ ਹੀ ਦੇਖੋ ਸਾਰਾ ਪੋਲਿਟਿਕਸ ਦੇ ਆਲੇ ਦੁਆਲੇ ਘੁੰਮਦਾ ਹੈ, ਠੀਕ ਹੈ। ਅਤੇ ਮੈਂ ਇਹੀ ਕਹਾਂਗਾ ਕਿ ਜਦੋਂ ਮੈਂ ਰਿਜ਼ਾਈਨ ਕੀਤਾ ਉਦੋਂ ਤਾਂ ਨਵੀਂ ਵਰਦੀ ਦਿੱਤੀ ਹੋਈ ਸੀ ਕਿ ਇੱਕ ਨਵੀਂ ਵਰਦੀ ਬਣਾ ਰਹੇ ਹਾਂ, ਕਿਉਂਕਿ ਤੁਹਾਨੂੰ ਪਤਾ ਹੈ ਕਿ ਮਾਰਚ ਦੇ ਵਿੱਚ ਸਾਡੀ ਮਤਲਬ ਯੂਨੀਫਾਰਮ ਸਾਡਾ ਚੇਂਜ ਹੋ ਜਾਂਦਾ ਹੈ ਜੋ ਸਰਦੀ ਵਾਲਾ ਹੁੰਦਾ ਹੈ। ਅਤੇ ਉਹ ਤਾਂ ਮੇਰਾ ਤਾਂ ਮਨ ਸੀਗਾ ਕਿ ਮੈਂ ਨੌਕਰੀ ਕਰਾਂ ਪੁਲਿਸ ਦੇ ਵਿੱਚ ਰਹਿ ਕੇ, ਅਗਲੇ ਸਾਲ ਮੈਨੂੰ ਇੱਕ ਪ੍ਰਮੋਸ਼ਨ ਵੀ ਮਿਲਣਾ ਸੀ। ਅਤੇ ਮੇਰਾ ਤਾਂ ਇਹੀ ਵਿਚਾਰ ਸੀਗਾ, ਲੇਕਿਨ ਸਰਕਮਸਟਾਂਸਿਸ ਬਦਲਦੇ ਗਏ, ਹਾਲਾਤ ਬਦਲਦੇ ਗਏ, ਅਤੇ ਫਿਰ ਮੈਂ ਪੋਲੀਟਿਕਸ ਜੁਆਇਨ ਕੀਤੀ। ਇਹਦੇ ਵਿੱਚ ਕਿਸੇ ਹੋਰ ਮਤਲਬ ਸਪੈਕੂਲੇਸ਼ਨ ਦਾ ਜਾਂ ਕਿੰਤੂ ਪਰੰਤੂ ਜੋ ਵਿਰੋਧੀ ਹੁੰਦੇ ਨੇ, ਓਪੋਜੀਸ਼ਨ ਹੁੰਦਾ ਹੈ, ਉਹਨਾਂ ਦਾ ਕੰਮ ਹੁੰਦਾ ਹੈ ਐਲੀਗੇਸ਼ਨ ਲਗਾਉਣਾ, ਕਿਉਂਕਿ ਉਸੇ ਚੀਜ਼ ਨੂੰ ਅਸੀਂ ਕਲੀਨ ਕਰ ਰਹੇ ਹਾਂ। ਤੁਸੀਂ ਦੇਖ ਲੈਣਾ, ਇੱਕ ਵਾਰ ਆਮ ਆਦਮੀ ਪਾਰਟੀ ਦੀ ਸਰਕਾਰ ਬਣ ਜਾਏਗੀ, ਰਵਾਇਤੀ ਪਾਰਟੀਆਂ ਦਾ ਖਾਤਮਾ ਹੋ ਗਿਆ, ਫਿਰ ਉਸ ਤੋਂ ਬਾਅਦ ਐਲੀਗੇਸ਼ਨ ਔਰ ਕਾਊਂਟਰ ਐਲੀਗੇਸ਼ਨ ਦੀ ਰਾਜਨੀਤੀ ਖਤਮ ਹੋ ਜਾਏਗੀ। ਕਿਉਂਕਿ 70 ਸਾਲ ਤੱਕ ਅਸੀਂ ਕੀਤਾ ਕੀ ਇਸ ਡੈਮੋਕ੍ਰੇਸੀ ਦੇ ਵਿੱਚ? 5 ਸਾਲ ਤੁਸੀਂ ਉਹਨਾਂ ਦੇ ਉੱਤੇ ਐਲੀਗੇਸ਼ਨ ਲਗਾ ਦਿਓ, ਅਗਲੇ 5 ਸਾਲ ਉਹ ਤੁਹਾਡੇ 'ਤੇ ਐਲੀਗੇਸ਼ਨ। ਉਸੇ ਤਰੀਕੇ ਦੇ ਨਾਲ ਗਲੀਆਂ ਨਾਲੀਆਂ ਦੀ ਸਫਾਈ ਅਤੇ ਉਹਨਾਂ ਦਾ ਡਿਵੈਲਪਮੈਂਟ ਕਰਾਉਂਦੇ ਪਬਲਿਕ ਨੂੰ ਤੁਸੀਂ ਮੁਰਖ ਬਣਾਉਂਦੇ ਗਏ। ਪਬਲਿਕ ਦੇਖੋ ਪੋਵਰਟੀ ਲਾਈਨ ਬਹੁਤ ਜ਼ਿਆਦਾ, ਮਤਲਬ ਇੰਡੀਆ ਦੇ ਵਿੱਚ ਤੁਸੀਂ ਦੇਖੋਗੇ, ਪੰਜਾਬ ਦੇ ਵਿੱਚ ਵੀ ਦੇਖੋ, ਹਰ ਖੇਤਰ ਦੇ ਵਿੱਚ ਪੰਜਾਬ ਦੀ ਹਾਲਤ ਬਹੁਤ ਖਰਾਬ ਹੋ ਗਈ ਹੈ। ਕਿਉਂਕਿ ਅਸੀਂ ਇੱਕ ਦੂਸਰੇ 'ਤੇ ਇਲਜ਼ਾਮ ਲਗਾਉਂਦੇ ਹੋਏ, ਟਾਈਮ ਪਾਸ ਕਰਦੇ ਹੋਏ, ਪਬਲਿਕ ਨੂੰ ਮੁਰਖ ਬਣਾਉਂਦੇ ਹੋਏ ਅਸੀਂ ਪੋਲਿਟਿਕਸ ਕਰਦੇ ਗਏ, ਆਪਣੀ ਜੇਬ ਭਰਦੇ ਗਏ। ਇਹਨਾਂ ਦੀ ਤੁਸੀਂ ਜੇਬ ਦੇਖੋ, ਇਹਨਾਂ ਦੀ ਪ੍ਰੋਪਰਟੀ ਤੁਸੀਂ ਚੈੱਕ ਕਰੋ ਅਤੇ ਪਬਲਿਕ ਦਾ ਹਾਲ ਦੇਖੋ, ਅਤੇ ਇਹ ਸਾਰਾ ਕੁਝ ਠੀਕ ਹੋਗਾ। ਆਉਣ ਵਾਲਾ ਸਮਾਂ ਤੁਹਾਨੂੰ ਦੱਸ ਦੇਗਾ। ਅਸੀਂ ਉਮੀਦ ਕਰਦੇ ਹਾਂ ਕਿ ਮਹਾਰਾਜਾ ਰਣਜੀਤ ਸਿੰਘ ਜੀ ਦਾ ਸ਼ਾਸਨ ਅਸੀਂ ਲੈ ਕੇ ਆਵਾਂਗੇ, ਉਸ ਸ਼ਾਸਨ ਦੇ ਵਿੱਚ ਸਾਰਾ ਕੁਝ ਠੀਕ ਹੋਗਾ। ਨਵਜੋਤ ਸਿੰਘ ਸਿੱਧੂ ਕਹਿੰਦੇ ਤੁਹਾਡੇ ਬਹੁਤ ਅੱਛੇ ਮਿੱਤਰ ਨੇ, ਗੱਲਬਾਤ ਹੋਈ ਹੈ? ਆਖਰੀ ਸਵਾਲ ਹੈ ਮੇਰਾ, ਗੱਲਬਾਤ ਹੋਈ ਹੈ ਉਹਨਾਂ ਨਾਲ ਪੋਲਿਟਿਕਸ ਆਉਣ ਤੋਂ ਪਹਿਲਾਂ ਜਾਂ ਹੁਣ? ਦੇਖੋ ਮੇਰੇ ਮਿੱਤਰ ਨੇ, ਮੇਰੇ ਦੋਸਤ ਨੇ, ਮੇਰੇ ਭਰਾ ਨੇ, ਠੀਕ ਹੈ ਕਿ ਨਹੀਂ। ਇਹ ਮੈਨੂੰ ਦੱਸਣ ਦੀ ਤਾਂ ਲੋੜ ਨਹੀਂ ਹੈ, ਤੁਸੀਂ ਵੀ ਦੱਸ ਰਹੇ ਹੋ ਤਾਂ ਅੰਮ੍ਰਿਤਸਰ ਦੇ ਵਿੱਚ ਇੱਕ ਬੱਚੇ ਨੂੰ ਵੀ ਪੁੱਛੋਗੇ ਤਾਂ ਉਹ ਦੱਸ ਦੇਗਾ, ਠੀਕ ਹੈ। ਲੇਕਿਨ
ਜੋ ਨਿੱਜੀ ਰਿਲੇਸ਼ਨਸ਼ਿਪ ਹੁੰਦਾ ਹੈ ਨਾ, ਨਿੱਜੀ ਸੰਬੰਧ ਜੋ ਹੁੰਦਾ ਹੈ ਉਸ ਦਾ ਰਾਜਨੀਤਿਕ ਸੰਬੰਧ ਦੇ ਨਾਲ ਕੋਈ ਲਿੰਕ ਨਹੀਂ ਹੋਣਾ ਚਾਹੀਦਾ ਹੈ। ਪੋਲੀਟੀਕਲ ਰਿਲੇਸ਼ਨਸ਼ਿਪ ਤੇ ਪਰਸਨਲ ਰਿਲੇਸ਼ਨਸ਼ਿਪ ਦੇ ਵਿੱਚ ਫਰਕ ਹੋਣਾ ਚਾਹੀਦਾ ਹੈ। ਇਸ ਵੇਲੇ ਉਹ ਕਾਂਗਰਸ ਪਾਰਟੀ ਦੇ ਵਿੱਚ ਨੇ, ਇਸ ਕਰਕੇ ਮੈਨੂੰ ਨਹੀਂ ਲੱਗ ਰਿਹਾ ਹੈ ਕਿ ਮੈਨੂੰ ਇਸ ਸਟੇਜ ਤੇ ਕੋਈ ਟਿੱਪਣੀ ਕਰਨੀ ਚਾਹੀਦੀ ਹੈ। ਠੀਕ ਹੈ ਕਿ ਨਹੀਂ? ਕਿਉਂਕਿ ਹਰ ਵਿਅਕਤੀ ਦੀ ਇੱਛਾ ਹੈ ਕਿ ਉਹ ਆਪਣੇ ਮੁਤਾਬਿਕ ਜੋ ਉਹ ਚਾਹ ਰਿਹਾ ਹੈ ਕਿ ਜੇਕਰ ਉਹਨਾਂ ਦੀ ਇੱਛਾ ਹੈ ਕਾਂਗਰਸ ਪਾਰਟੀ ਦੇ ਵਿੱਚ ਰਹਿਣਾ, ਉਹ ਕਾਂਗਰਸ ਪਾਰਟੀ ਦੇ ਵਿੱਚ ਨੇ। ਠੀਕ ਹੈ, ਮੇਰੀ ਇੱਛਾ ਹੋਈ ਕਿ ਨਹੀਂ ਮੈਂ ਆਮ ਆਦਮੀ ਪਾਰਟੀ ਜੁਆਇਨ ਕਰਾਂ ਤਾਂ ਮੈਂ ਆਮ ਆਦਮੀ ਪਾਰਟੀ ਜੁਆਇਨ ਕੀਤੀ। ਮੇਰੇ ਜੋ ਸਮਰਥਕ ਜਾਂ ਮੇਰੇ ਮਤਲਬ ਤੁਸੀਂ ਗਾਈਡ ਕਹਿ ਸਕਦੇ ਹੋ ਜਾਂ ਮੇਰੇ ਮਾਰਗਦਰਸ਼ਕ ਕਹਿ ਸਕਦੇ ਹੋ, ਵਿਸ਼ੇਸ਼ ਕਰਕੇ ਤੁਸੀਂ ਅੰਮ੍ਰਿਤਸਰ ਦੇ ਲੋਕਾਂ ਦਾ ਮੈਂ ਜ਼ਿਕਰ ਕੀਤਾ, ਮੈਨੂੰ ਉਹਨਾਂ ਨੇ ਕਿਹਾ ਕਿ ਨਹੀਂ ਤੁਸੀਂ ਆਮ ਆਦਮੀ ਪਾਰਟੀ ਜੁਆਇਨ ਕਰੋ। ਮੈਂ ਆਮ ਆਦਮੀ ਪਾਰਟੀ ਜੁਆਇਨ ਕਰ ਲਿਆ। ਇਸ ਕਰਕੇ ਉਹਨਾਂ ਦੇ ਬਾਰੇ ਮੈਂ ਟਿੱਪਣੀ ਜੇਕਰ ਕਰਦਾ ਹਾਂ ਤਾਂ ਉਚਿਤ ਨਹੀਂ ਹੋਊਗਾ। ਠੀਕ ਹੈ ਕਿ ਨਹੀਂ? ਇਸ ਕਰਕੇ ਇਹਦੇ ਵਿੱਚ ਕੋਈ ਸਪੈਕੂਲੇਸ਼ਨ ਨਹੀਂ ਹੋਣਾ ਚਾਹੀਦਾ ਹੈ। ਇਸ ਤਰੀਕੇ ਦੇ ਨਾਲ ਇਹ ਆਪਣੀ ਨਿੱਜੀ ਇੱਛਾ ਹੁੰਦੀ ਹੈ ਤਾਂ ਮੈਂ ਆਪਣੀ ਇੱਛਾ ਅਨੁਸਾਰ ਆਮ ਆਦਮੀ ਪਾਰਟੀ ਦੇ ਵਿੱਚ ਹਾਂ, ਉਹ ਆਪਣੀ ਇੱਛਾ ਦੇ ਹਿਸਾਬ ਦੇ ਨਾਲ ਕਾਂਗਰਸ ਪਾਰਟੀ ਦੇ ਵਿੱਚ ਨੇ। ਤੇ ਇਸ ਕਰਕੇ ਕੋਈ ਇਸ ਚੀਜ਼ ਨੂੰ ਰਾਜਨੀਤਿਕ ਰੰਗਤ ਨਾ ਦਿੱਤਾ ਜਾਵੇ। ਗੱਲਬਾਤ ਕਰਨ ਲਈ ਸਰ ਬਹੁਤ ਬਹੁਤ ਤੁਹਾਡਾ ਧੰਨਵਾਦ। ਤਾਂ ਇਹ ਸਨ ਕੁੰਵਰ ਵਿਜੇ ਪ੍ਰਤਾਪ ਸਿੰਘ ਸਾਬਕਾ ਆਈਜੀ ਨੇ ਔਰ ਆਮ ਆਦਮੀ ਪਾਰਟੀ ਦੇ ਆਗੂ ਨੇ। ਵੱਡੇ ਪੱਧਰ ਦੇ ਉੱਤੇ ਹੁਣ ਆਮ ਆਦਮੀ ਪਾਰਟੀ ਕਹਿ ਰਹੀ ਹੈ ਕਿ ਕੁੰਵਰ ਵਿਜੇ ਪ੍ਰਤਾਪ ਸਿੰਘ ਹੋਰਾਂ ਦੇ ਪਾਰਟੀ ਦੇ ਵਿੱਚ ਆਉਣ ਦੇ ਨਾਲ ਪਾਰਟੀ ਨੂੰ ਬਲ ਮਿਲਿਆ ਔਰ ਆਉਣ ਵਾਲੇ ਸਮੇਂ ਦੇ ਵਿੱਚ ਆਮ ਆਦਮੀ ਪਾਰਟੀ ਦੀ ਪੰਜਾਬ ਦੇ ਵਿੱਚ ਸਰਕਾਰ ਬਣਾਉਣ ਦਾ ਦਾਅਵਾ ਵੀ ਕੀਤਾ ਜਾ ਰਿਹਾ। ਔਰ ਕੁੰਵਰ ਵਿਜੇ ਪ੍ਰਤਾਪ ਸਿੰਘ ਹੋਰਾਂ ਦੇ ਵੱਲੋਂ ਅੱਜ ਜਿੰਨੀ ਬੇਬਾਕੀ ਦੇ ਨਾਲ ਇਹਨਾਂ ਸਾਰੇ ਮੁੱਦਿਆਂ ਦੇ ਉੱਤੇ ਹਰ ਸਵਾਲ ਦਾ ਜਵਾਬ ਦਿੱਤਾ ਹੈ ਔਰ ਸਿੱਧੇ ਤੌਰ ਦੇ ਉੱਤੇ ਕਿਹਾ ਕਿ ਜਦੋਂ ਹੁਣ ਸਮਾਜ ਨੂੰ ਸਾਫ਼ ਕਰਨਾ ਹੈ ਤਾਂ ਇਸ ਗੰਦਗੀ ਦੇ ਵਿੱਚ ਬਣਨਾ ਪੈਣਾ ਸੀ, ਇਸ ਗੰਦਗੀ ਦੇ ਵਿੱਚ ਆਉਣਾ ਪੈਣਾ ਸੀ ਔਰ ਉਸੇ ਹੀ ਗੰਦਗੀ ਵਿੱਚ ਮੈਂ ਖੜ ਕੇ ਇਸ ਪੂਰੇ ਸਮਾਜ ਨੂੰ ਸਾਫ਼ ਵੀ ਕਰਾਂਗਾ। ਵੱਡੀ ਗੱਲ ਹੈ ਕਿ ਉਹਨਾਂ ਦੇ ਵੱਲੋਂ ਕੋਟਕਪੂਰਾ ਗੋਲੀकांड ਮਾਮਲੇ ਦੇ ਵਿੱਚ ਜਿਹੜੀ ਰਿਪੋਰਟ ਖਾਰਜ ਕੀਤੀ ਗਈ ਸੀ ਮਾਨਯੋਗ ਹਾਈ ਕੋਰਟ ਦੇ ਵੱਲੋਂ, ਉਸ ਦੇ ਵਿੱਚ ਹੁਣ ਦੁਬਾਰਾ ਅਪੀਲ ਵੀ ਕਰ ਦਿੱਤੀ ਗਈ ਹੈ। ਹੁਣ ਦੇਖਦੇ ਹਾਂ ਕਿ ਇਸ ਮਾਮਲੇ ਦੇ ਵਿੱਚ ਜਨਤਾ ਨੂੰ ਇਨਸਾਫ ਕਦੋਂ ਮਿਲਦਾ ਹੈ। ਕੈਮਰਾਮੈਨ ਵਰਿੰਦਰ ਮਹਿਰਾ ਦੇ ਨਾਲ ਸੁਖਵਿੰਦਰ ਸਿੰਘ, ਹਮਦਰਦ ਟੀਵੀ, ਅੰਮ੍ਰਿਤਸਰ।